ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਸੁਣ ਤਿਨ ਸਮਝਾਇਓ। ਜੋ ਆਹਾਰ ਤੁਮ ਸਿੱਖਨ ਖਵਾਇਓ। ਸ੍ਰੀ ਅਰਜਨ ਸੁਣ ਤਿਨ ਸਮਝਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਪ੍ਰਤੱਖ ਹਾਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਪੈੜਾ ਜਾਤ ਕਰਕੇ ਚੰਡਾਲੀਏ ਹਨ ਤੇ ਭਾਈ ਜੇਠਾ ਸੇਠੀ ਹਨ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਨੇ। ਇਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ, ਮਹਾਰਾਜ ਅਸੀਂ ਆਪ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਪੜ੍ਹਦੇ ਹਾਂ, ਧਰਮ ਦੀ ਕਿਰਤ ਕਰਦੇ ਹਾਂ ਤੇ ਫਿਰ ਆਪ ਜੀ ਦਾ ਹੁਕਮ ਅਸੀਂ ਮੰਨਦੇ ਹਾਂ, ਸਿੱਖਾਂ ਦੇ ਨਾਲ ਵੰਡ ਕੇ ਛਕਦੇ ਹਾਂ। ਇਹ ਆਪ ਜੀ ਦਾ ਸਾਨੂੰ ਹੁਕਮ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੂ ਪਛਾਣੈ ਸੇ। ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ ਤੇ ਨਾਮ ਜਪਣਾ, ਇਹ ਅਸੀਂ ਕਰਮ ਕਰਦੇ ਹਾਂ। ਸਿੱਖਾਂ ਨੂੰ ਲੰਗਰ ਪ੍ਰਸ਼ਾਦ ਛਕਾਉਂਦੇ ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖ ਲਈ ਨੇਮ ਦਿੱਤਾ ਹੈ ਕਿ ਦਸਾਂ ਨੋਹਾਂ ਦੀ ਕਿਰਤ ਇਹਨੇ ਕਮਾਈ ਕਰਨੀ ਹੈ ਤੇ ਫਿਰ ਲੋੜਵੰਦਾਂ ਨੂੰ ਅਤੇ ਸਿੱਖਾਂ ਨੂੰ ਲੰਗਰ ਪ੍ਰਸ਼ਾਦ ਛਕਾਉਣਾ ਹੈ। ਤੇ ਮਹਾਰਾਜ ਕੁਝ ਜਿਹੜੇ ਬ੍ਰਾਹਮਣ ਹਨ ਉਹ ਸਾਡੇ ਤੇ ਤਰਕ ਕਰਦੇ ਨੇ, ਕਹਿੰਦੇ ਨੇ ਕਿ ਤੁਸੀਂ 5 ਪ੍ਰਕਾਰ ਦੀ ਹਿੰਸਾ ਕਰਦੇ ਹੋ। ਉਖਲੀ ਵਿੱਚ ਜਿਹੜੇ ਦਾਣੇ ਕੁੱਟਦੇ ਹੋ ਉਹਦੇ ਵਿੱਚ ਜੀਵਾਂ ਦੀ ਹੱਤਿਆ ਹੁੰਦੀ ਹੈ। ਪੁਰਾਣੇ ਸਮੇਂ ਦੇ ਵਿੱਚ ਆਪ ਜਿਹੜੇ ਦਾਣੇ ਸਨ ਉਹ ਉਖਲੀ ਵਿੱਚ ਪਾ ਕੇ ਕੁੱਟਣੇ। ਫਿਰ ਕਹਿੰਦੇ ਜਦੋਂ ਤੁਸੀਂ ਝਾੜੂ ਦਿੰਦੇ ਹੋ ਉਦੋਂ ਕੋਈ ਜੀਵ ਮਰਦੇ ਨੇ। ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਹੋ ਤੇ ਅਗਨੀ ਦੇ ਵਿੱਚ ਲੱਕੜਾਂ ਦੇ ਵਿੱਚ ਕਈ ਜੀਵ ਹੋਣ ਕਰਕੇ ਉਹਨਾਂ ਦੀ ਹੱਤਿਆ ਹੁੰਦੀ ਹੈ। ਤੇ ਫਿਰ ਤੁਸੀਂ ਜਲ ਵਰਤਦੇ ਹੋ ਤੇ ਜਲ ਦੇ ਵਿੱਚ ਕਈ ਜੀਵ ਜਿਹੜੇ ਨੇ ਸੂਖਮ ਉਹ ਮਰਦੇ ਹਨ। ਜਿਹੜੀ ਤੁਸੀਂ ਇਹ 5 ਪ੍ਰਕਾਰ ਦੀ ਹਿੰਸਾ ਕਰਦੇ ਹੋ, ਅਸੀਂ ਫਿਰ ਇਸ ਪਾਪ ਤੋਂ ਬਚਣ ਵਾਸਤੇ ਅਸੀਂ ਅਗਨੀ ਦੇਵਤਾ ਜਿਹੜਾ ਹੈ ਉਹਨੂੰ ਪ੍ਰਸੰਨ ਕਰਦੇ ਹਾਂ, ਉਹਦੇ ਵਿੱਚ ਆਹੂਤੀ ਪਾਉਂਦੇ ਹਾਂ। ਅੱਜ ਜਿਸ ਤਰ੍ਹਾਂ ਯੱਗ ਇਤਿਆਤ ਕਰੀਦੇ ਨੇ
ਉਹ ਸਨਾਤਨ ਮਤ ਵਾਲੇ ਜਿਹੜੇ ਲੋਕ ਹਨ, ਕਈ ਜਗ ਕਰਨ ਸਮੇਂ ਵਿੱਚ ਆਹੂਤੀ ਪਾਉਂਦੇ ਨੇ, ਤੇ ਫਿਰ ਮਹਾਰਾਜ ਕੁਝ ਬ੍ਰਾਹਮਣ ਸਾਡੇ ਤੇ ਤਰਕ ਕਰਦੇ ਨੇ, ਸਾਡੇ ਨੇਮ ਤੇ ਕਹਿੰਦੇ ਨੇ ਤੁਸੀਂ ਪਾਪਾਂ ਤੋਂ ਬਚਣ ਵਾਸਤੇ ਕਰਦੇ ਕੀ ਹੋ? ਇਹਨੇ ਪਾਪ ਤੁਹਾਡੇ ਤੋਂ ਸੁੱਤੇ ਸਿੱਧ ਹੁੰਦੇ ਨੇ। ਇਹਨਾਂ ਦੀ ਬੇਨਤੀ ਸੁਣੀ ਹੈ ਭਾਈ ਪੈੜੇ ਅਤੇ ਭਾਈ ਜੇਠੇ ਦੀ। ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉੱਤਰ ਦਿੰਦੇ ਨੇ, ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕਾਉਤਕਾਂ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਸੁਣ ਤਿਨ ਸਮਝਾਇਓ। ਇਹਨਾਂ ਦੀ ਬੇਨਤੀ ਸੁਣੀ ਹੈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੇ ਸੁਣ ਕੇ ਮਹਾਰਾਜ ਜੀ ਨੇ ਇਹਨਾਂ ਨੂੰ ਉੱਤਰ ਦਿੱਤਾ ਹੈ, ਜੋ ਆਹਾਰ ਤੁਮ ਸਿੱਖਨ ਖਵਾਇਓ। ਗੁਰਦੇਵ ਕਹਿੰਦੇ ਹਨ ਤੁਸੀਂ ਨਿਸ਼ਚਿੰਤ ਹੋਵੋ, ਕਿਉਂਕਿ ਤੁਹਾਡੀ ਜਿਹੜੀ ਕਿਰਤ ਹੈ ਉਹ ਧਰਮ ਦੀ ਕਿਰਤ ਹੈ। ਇਸ ਕਰਕੇ ਕੋਈ ਧਰਮ ਵਾਲੇ ਕਰਮ ਕਰੇ ਪਰ ਉਹਦੀ ਕਿਰਤ ਹੀ ਮਾੜੀ ਹੋਵੇ। ਜਿਸ ਤਰ੍ਹਾਂ ਆਪਾਂ ਮਲਕ ਭਾਗੋ ਬਾਰੇ ਪੜ੍ਹਦੇ ਸੁਣਦੇ ਹਾਂ ਕਿ ਮਲਕ ਭਾਗੋ ਬਹੁਤ ਵੱਡਾ ਬ੍ਰਹਮ ਭੋਜਨ ਕਰਕੇ ਬੈਠਾ ਸੀ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿਖਾ ਦਿੱਤਾ ਕਿ ਤੇਰੇ ਭੋਜਨ ਦੇ ਵਿੱਚ ਗਰੀਬਾਂ ਦਾ ਲਹੂ ਹੈ। ਇਸ ਕਰਕੇ ਮਾੜੇ ਕੰਮ ਕਰਕੇ ਲੋਕਾਂ ਨੂੰ ਭੋਜਨ ਛਕਾਉਣਾ, ਦਾਨ ਪੁੰਨ ਕਰਨਾ, ਇਹਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਦਾਨ ਪੁੰਨ ਵੀ ਉਹੀ ਵੱਧਦਾ ਫੁੱਲਦਾ ਹੈ। ਉਹਦਾ ਲਾਭ ਹੁੰਦਾ ਹੈ ਜਦੋਂ ਕੋਈ ਆਪਣੀ ਦਸਾਂ ਨੋਹਾਂ ਦੀ ਕਿਰਤ ਕਰੇ, ਧਰਮ ਦੀ ਕਮਾਈ ਕਰੇ, ਉਸ ਧਰਮ ਦੀ ਕਮਾਈ ਦੇ ਵਿੱਚੋਂ ਅੱਗੇ ਕਿਸੇ ਲੋੜਵੰਦ ਦੇ ਨਿਮਿਤ ਦਾਨ ਕਰੇ ਤੇ ਉਹਦਾ ਲਾਭ ਹੈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਹੈ। ਮਹਾਰਾਜ ਕਹਿੰਦੇ ਹਨ, ਜੋ ਆਹਾਰ ਤੁਮ ਸਿੱਖਾਂ ਖਵਾਇਓ। ਜਿਹੜਾ ਭੋਜਨ ਤੁਸੀਂ ਸਿੱਖਾਂ ਦੇ ਪ੍ਰਤੀ ਤਿਆਰ ਕਰਦੇ ਹੋ, ਜਦੋਂ ਇਹ ਪ੍ਰਸ਼ਾਦਾ ਪਾਣੀ ਸਿੱਖ ਛਕਦੇ ਹਨ, ਵਾਹਿਗੁਰੂ ਕੋ ਨਾਮ ਭਨੰਤੇ। ਛਕਾਉਣ ਲੱਗਿਆਂ ਤੁਸੀਂ ਵਾਹਿਗੁਰੂ 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 ਆਪਣੀ ਰਸਨਾ ਤੋਂ ਉਚਾਰਦੇ, ਕਿਉਂਕਿ ਜਦੋਂ ਕੋਈ ਸੇਵਾ ਕਰਨੀ ਹੈ ਉਸ ਵੇਲੇ ਧਿਆਨ ਰੱਖਣਾ ਕਿ ਜਿੰਨਾ ਆਪਾਂ ਸੁਰਤ ਨੂੰ ਜੋੜ ਕੇ ਨਾਮ ਜਪਾਂਗੇ, ਨਾਮ ਜਪਦਿਆਂ ਪਕਵਾਨ ਤਿਆਰ ਕਰਾਂਗੇ, ਉਹ ਵੀ ਅੰਮ੍ਰਿਤ ਬਣਦਾ ਹੈ। ਮਹਾਰਾਜ ਕਹਿੰਦੇ ਲੰਗਰ ਤਿਆਰ ਕਰਨ ਲੱਗਿਆਂ ਤੁਸੀਂ ਵਾਹਿਗੁਰੂ ਦਾ ਜਾਪ ਜਪਦੇ ਹੋ। ਪੀਛੇ ਆਪ ਬੈਠ ਅਚਵੰਤੇ। ਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਲੰਗਰ ਹੈ ਉਹ ਬਾਅਦ ਵਿੱਚ ਆਪ ਛਕਦੇ ਹੋ। ਪੁਰਾਣੇ ਸਿੱਖਾਂ ਦਾ ਨੇਮ ਹੁੰਦਾ ਸੀ, ਮਾਈਆਂ ਬੀਬੀਆਂ ਦਾ, ਕਿ ਜਦੋਂ ਵੀ ਲੰਗਰ ਤਿਆਰ ਕਰਨਾ ਤੇ ਉਸ ਦੀ ਬਰਕਤ ਵਾਸਤੇ ਪਹਿਲਾਂ ਜਿਹੜੇ ਪ੍ਰਸ਼ਾਦੇ ਹਨ ਉਹ ਗੁਰੂ ਘਰ ਦੇ ਨਿਮਿਤ, ਲੰਗਰਾਂ ਦੇ ਨਿਮਿਤ ਤਿਆਰ ਕਰਕੇ ਕੱਢ ਲੈਣੇ। ਤੇ ਘਰਾਂ ਦੇ ਵਿੱਚ ਆ ਜਿਹੜੇ ਗਾਜੀ ਸਿੰਘ ਆਉਂਦੇ ਸੀ ਉਹ ਗਜਾ ਕਰਕੇ ਲਿਜਾਂਦੇ ਤੇ ਲੰਗਰ ਦੇ ਵਿੱਚ ਸਾਰਿਆਂ ਦਾ ਹਿੱਸਾ ਪੈਂਦਾ ਸੀ। ਚਲੋ ਅੱਜ ਤਾਂ ਇਸ ਤਰ੍ਹਾਂ ਦਾ ਸਮਾਂ ਬਹੁਤਾ ਨਹੀਂ ਦੇਖਣ ਨੂੰ ਮਿਲਦਾ, ਪਰ ਕਈ ਥਾਵਾਂ ਤੇ ਅੱਜ ਵੀ ਸੋ ਇਹ ਨੇਮ ਜਿਹੜਾ ਹੈ ਉਹ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਕਹਿ ਕੇ ਲੰਗਰ ਵਰਤਾਇਆ ਤੇ ਫਿਰ ਜਿਹੜਾ ਲੰਗਰ ਹੈ ਉਹ ਆਪ ਛਕੀਦਾ ਹੈ। ਇਸ ਤੇ ਪਾਵਨ ਹੋਤ ਆਹਾਰਾ। ਉਸ ਦੇ ਨਾਲ ਜਿਹੜਾ ਲੰਗਰ ਹੈ ਤੁਹਾਡਾ ਚੁੱਲ੍ਹਾ ਹੈ ਉਹ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਜਿਹੜੇ ਬ੍ਰਾਹਮਣ ਤਰਕ ਕਰਦੇ ਸਨ ਉਹ ਲੰਗਰ ਤਿਆਰ ਕਰਦੇ ਨੇ, ਪਕਵਾਨ ਤਿਆਰ ਕਰਦੇ ਨੇ, ਪਹਿਲਾਂ ਚੁੱਲ੍ਹੇ ਉੱਤੇ ਲੇਪਾ ਪੋਚਨ ਕਰਨਾ, ਫਿਰ ਲਕੀਰਾਂ ਕੱਢਣੀਆਂ, ਫਿਰ ਚੰਗੀ ਤਰ੍ਹਾਂ ਲੱਕੜਾਂ ਧੋ ਕੇ ਉਹਨਾਂ ਨੂੰ ਸੁਕਾਉਣਾ, ਇਸ ਤਰ੍ਹਾਂ ਦੇ ਕਰਮ ਕਰਨੇ। ਪਰ ਮਹਾਰਾਜ ਕਹਿੰਦੇ ਤੁਸੀਂ ਜਦੋਂ ਸਿੱਖਾਂ ਨੂੰ ਵਾਹਿਗੁਰੂ ਕਹਿ ਕੇ ਭੋਜਨ ਛਕਾਉਂਦੇ ਹੋ, ਪਿੱਛੋਂ ਬਚੇ ਆਪ ਛਕਦੇ ਹੋ, ਉਹ ਜਿਹੜਾ ਲੰਗਰ ਹੈ ਤੁਹਾਡਾ ਭੋਜਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਅਗਨ ਦੇਵਤਾ ਬਦਨ ਮਝਾਰਾ। ਮਹਾਰਾਜ ਕਹਿੰਦੇ ਤੁਸੀਂ ਚਿੰਤਾ ਕਿਉਂ ਕਰਦੇ ਹੋ? ਜਿਹੜਾ ਸਿੱਖਾਂ ਦਾ ਮੁੱਖ ਹੈ ਨਾ, ਇਹੋ ਹੀ ਅਗਨ ਦੇਵਤਾ ਦਾ ਮੂੰਹ ਹੈ, ਕਿਉਂਕਿ ਜਦੋਂ ਸਮੱਗਰੀ ਪਾਈ ਜਾਂਦੀ ਅੱਗ ਦੇ ਵਿੱਚ ਤੇ ਉਹ ਕਹਿੰਦੇ ਨੇ ਕਿ ਅਗਨ ਦੇਵਤਾ ਪ੍ਰਸੰਨ ਹੋਇਆ ਹੈ ਜੀ। ਮਹਾਰਾਜ ਕਹਿੰਦੇ ਜਦੋਂ ਸਿੱਖ ਲੰਗਰ ਛਕਦੇ ਹਨ ਤੇ ਇਹੋ ਹੀ ਅਗਨ ਦੇਵਤੇ ਦਾ ਮੂੰਹ ਹੈ। ਨਾਰਾਇਣ ਚੇਤਨ ਸਭ ਮਾਹੀ। ਜਿਹੜਾ ਨਾਰਾਇਣ ਪਰਮੇਸ਼ਰ ਵਾਹਿਗੁਰੂ ਹੈ, ਨਾਰਾਇਣ ਦਾ ਅਰਥ ਹੈ ਜਿਹੜਾ ਸਾਰੇ ਮਨੁੱਖਾਂ ਵਿੱਚ ਆਇਆ ਹੋਇਆ। ਸਾਰਿਆਂ ਵਿੱਚ ਜਿਸ ਪਰਮੇਸ਼ਰ ਦੀ ਜੋਤ ਹੈ ਉਸ ਦੀ ਸਾਰਿਆਂ ਦੇ ਅੰਦਰ ਚੇਤਨਤਾ ਹੈ। ਸੂਰਜ ਸਭ ਕੇ ਦ੍ਰਿਗ ਮਹਿ ਆਹੀ। ਜਿਹੜਾ ਸੂਰਜ ਦੇਵਤਾ ਹੈ ਉਹ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੈ। ਇਹ ਮਹਾਰਾਜ ਦੱਸ ਰਹੇ ਹਨ ਕਿ ਜਿਹੜੇ ਲੋਕ ਵੱਖਰੇ ਵੱਖਰੇ ਦੇਵਤੇ ਨੂੰ ਪ੍ਰਸੰਨ ਕਰਨ ਵਾਸਤੇ ਉਹਦੀ ਪੂਜਾ ਕਰਦੇ,
ਮਹਾਰਾਜ ਕਹਿੰਦੇ ਸਿੱਖਾਂ ਦੇ ਸਰੀਰ ਵਿੱਚ ਹੀ ਸਾਰੇ ਦੇਵਤੇ ਹਨ। ਜਿਹੜਾ ਸਿੱਖਾਂ ਦਾ ਮੂੰਹ ਹੈ ਉਹ ਅਗਨ ਦੇਵਤਾ ਹੈ। ਜਿਹੜੀਆਂ ਅੱਖਾਂ ਨੇ ਉਹ ਸੂਰਜ ਦੇਵਤਾ ਜਿਹੜਾ ਹੈ ਉਹ ਨੇਤਰਾਂ ਵਿੱਚ ਪ੍ਰਕਾਸ਼ ਰਿਹਾ ਹੈ, ਕਿਉਂਕਿ ਅੱਖਾਂ ਰਾਹੀਂ ਚਾਨਣ ਹੁੰਦਾ ਹੈ, ਦਿਖਦਾ ਹੈ, ਤੇ ਸੂਰਜ ਦਾ ਕੰਮ ਵੀ ਹੈ ਚਾਨਣ ਦੇਣਾ। ਇਸ ਕਰਕੇ ਸਿੱਖਾਂ ਦੇ ਜਿਹੜੇ ਨੇਤਰ ਹਨ ਇਹੋ ਹੀ ਸੂਰਜ ਦੇਵਤਾ ਹੈ। ਬੀਚ ਨਾਸਕਾ ਅਸ਼ਵਨ ਕੁਮਾਰ। ਜਿਹੜਾ ਅਸ਼ਵਨੀ ਕੁਮਾਰ ਦੇਵਤਾ ਹੈ ਉਹ ਸਿੱਖਾਂ ਦੀਆਂ ਜਿਹੜੀਆਂ ਨਾਸਕਾਂ ਹਨ ਉਹ ਸਿੱਖਾਂ ਲਈ ਇਹੋ ਹੀ ਅਸ਼ਵਨੀ ਕੁਮਾਰ ਦੇਵਤਾ ਹੈ। ਦਿਲ ਦਿਸ਼ਪਾਲਕ ਹੈ ਸਵਰਨ ਮਝਾਰ। ਤੇ ਜਿਹੜੇ ਕੰਨ ਹਨ ਉਹਨਾਂ ਦੇ ਵਿੱਚ ਜਿਹੜਾ ਦਿਸ਼ਪਾਲਕ ਦੇਵਤਾ ਹੈ ਉਹ ਕੰਨਾਂ ਦੇ ਵਿੱਚ ਹੀ ਵਸ ਰਿਹਾ ਹੈ। ਰਸਨਾ ਵਿਖੈ ਵਰਨ ਕੋ ਬਾਸ। ਫਿਰ ਜਿਹੜਾ ਵਰਨ ਦੇਵਤਾ ਹੈ ਉਹ ਰਸਨਾ ਦੇ ਵਿੱਚ ਵਸਦਾ ਹੈ। ਰੋਮ ਬਨਾਸਪਤੀ ਲਖ ਰਾਸ। ਆ ਜਿਹੜੀ ਸਿੱਖਾਂ ਦੀ ਰੋਮ ਰੋਮ ਹਨ ਇਹ ਸਾਰੀ ਬਨਾਸਪਤੀ ਹੈ, ਇਹੋ ਹੀ ਬਨਾਸਪਤੀ ਦਾ ਦੇਵਤਾ ਹੈ। ਹਾਥਨ ਮਹਿ ਸੁਰਪਤ ਥਿਤ ਆਹਾ। ਫਿਰ ਹੱਥਾਂ ਦੇ ਵਿੱਚ ਸੁਰਪਤ ਨਾਮ ਹੈ, ਜਿਹੜਾ ਸਵਰਗ ਦਾ ਪਤੀ ਇੰਦਰ ਹੈ ਉਹ ਸਿੱਖਾਂ ਦੇ ਹੱਥਾਂ ਦੇ ਵਿੱਚ ਵਸ ਰਿਹਾ ਹੈ। ਗੁਦਾ ਦੇਵਤਾ ਜਮ ਕੋ ਕਹਾ। ਤੇ ਜਿਹੜਾ ਜਮ ਹੈ ਉਹ ਗੁਦਾ ਜਿਹੜਾ ਹੈ ਉਹ ਜਮ ਦੇਵਤਾ ਹੈ। ਪ੍ਰਜਾਪਤੀ ਲਿੰਗ ਕੋ ਜਾਨੋ। ਅਤੇ ਜਿਹੜਾ ਪ੍ਰਜਾਪਤੀ ਜਿਹੜਾ ਲਿੰਗ ਹੈ ਉਹ ਪ੍ਰਜਾਪਤੀ ਦੇਵਤਾ ਹੈ। ਚਰਨਨ ਮਹਿ ਪ੍ਰਭ ਵਿਸ਼ਨ ਪਛਾਨੋ। ਤੇ ਚਰਨਾਂ ਦੇ ਵਿੱਚ ਜਿਹੜਾ ਹੈ ਉਹ ਵਿਸ਼ਨੂੰ ਨਿਵਾਸ ਰੱਖ ਰਿਹਾ ਹੈ। ਪੌਣ ਤੁਚਾ ਮਹਿ ਇਸ ਸੁਰ ਸਾਰੀ। ਜਿਹੜੀ ਪੌਣ ਹੈ ਉਹ ਸਾਰੀ ਤਵਚਾ ਦੇ ਵਿੱਚ ਵਸ ਰਹੀ ਹੈ, ਇਹੋ ਹੀ ਪੌਣ ਦੇਵਤਾ ਹੈ। ਬਾਸ ਕਰੰਤ ਸਰੀਰ ਮਝਾਰੇ। ਇਸ ਤਰ੍ਹਾਂ ਸਾਰੇ ਸਰੀਰਾਂ ਦੇ ਵਿੱਚ ਜਿਹੜੇ ਦੇਵਤੇ ਹਨ ਉਹ ਆਪ ਨਿਵਾਸ ਕਰ ਰਹੇ ਹਨ। ਵਾਹਿਗੁਰੂ ਕਹਿ ਜਬ ਮੁਖ ਪਾਵਾ। ਜਦੋਂ ਸਿੱਖ ਵਾਹਿਗੁਰੂ ਕਹਿ ਕੇ ਆਪਣੇ ਮੁਖ ਦੇ ਵਿੱਚ ਭੋਜਨ ਪਾਉਂਦੇ ਨੇ, ਪ੍ਰਸ਼ਾਦਾ ਪਾਉਂਦੇ ਹਨ, ਸਰਬ ਸੁਰਨ ਕੋ ਤਬ ਤ੍ਰਿਪਤਾਵਾ। ਫਿਰ ਸਾਰੇ ਜਿਹੜੇ ਦੇਵਤੇ ਹਨ ਉਹ ਤਾਂ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਫਿਰ ਵੱਖਰੇ ਵੱਖਰੇ ਦੇਵਤੇ ਨੂੰ ਤ੍ਰਿਪਤ ਕਰਨ ਲਈ ਕਿਉਂ ਇੱਧਰ ਉੱਧਰ ਭਟਕਦੇ ਹੋ? ਮਹਾਰਾਜ ਕਹਿੰਦੇ ਜਦੋਂ ਸਿੱਖ ਵਾਹਿਗੁਰੂ ਕਹਿ ਕੇ ਗ੍ਰਾਹੀ ਆਪਣੇ ਮੁਖ ਦੇ ਵਿੱਚ ਪਾਉਂਦੇ ਨੇ ਫਿਰ ਸਾਰੇ ਜਿਹੜੇ ਦੇਵਤੇ ਹਨ ਉਹ ਤ੍ਰਿਪਤ ਹੋ ਜਾਂਦੇ, ਸਾਰੇ ਦੇਵਤੇ ਰੱਜ ਜਾਂਦੇ ਹਨ। ਸਿੱਖਨ ਕੋ ਗੁਰ ਹਿਤ ਕਰ ਦਿਓ। ਜਿਹੜਾ ਸਿੱਖਾਂ ਨੂੰ ਗੁਰੂ ਦੇ ਨਾਲ ਪ੍ਰੇਮ ਕਰਕੇ ਸਿੱਖਾਂ ਨੂੰ ਭੋਜਨ ਛਕਾਉਂਦਾ ਹੈ, ਪੁੰਨ ਮਹਾਫਲ ਸੋ ਨਰ ਲਿਓ। ਉਸ ਮਨੁੱਖ ਨੂੰ ਬਹੁਤ ਭਾਰੀ ਜਿਹੜਾ ਫਲ ਹੈ, ਪੁੰਨ ਹੈ, ਉਹ ਪ੍ਰਾਪਤ ਹੁੰਦਾ ਹੈ। ਕਰ ਅਰਦਾਸ ਪ੍ਰਸ਼ਾਦ ਵਰਤਾਵਾ। ਫਿਰ ਅਰਦਾਸ ਕਰਕੇ ਜਦੋਂ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤਿਨ ਤੇ ਅਗ ਅਰ ਬਿਗਨ ਨਸਾਵਾ। ਤੇ ਉਸ ਦੇ ਨਾਲ ਸਾਰੇ ਜਿਹੜੇ ਪਾਪ ਨੇ ਅਤੇ ਬਿਗਨ ਜਿਹੜੀਆਂ ਮੁਸੀਬਤਾਂ ਨੇ ਉਹ ਦੂਰ ਹੋ ਜਾਂਦੀਆਂ ਨੇ। ਪ੍ਰਭ ਸਭ ਸੁਰ ਕੋ ਮੂਲ ਮਹਾਨਾ। ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਹ ਸਾਰੇ ਦੇਵਤਿਆਂ ਦਾ ਮੁੱਢ ਹੈ। ਇਸ ਤ੍ਰਿਪਤੇ ਸਭ ਸੁਰ ਤ੍ਰਿਪਤਾਨਾ। ਜਦੋਂ ਵਾਹਿਗੁਰੂ ਕਹਿ ਕੇ ਮੁਖ ਦੇ ਵਿੱਚ ਗ੍ਰਾਹੀ ਪਾਈ, ਸਭ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕੀਤਾ। ਜਦੋਂ ਵੀ ਸਿੰਘ ਪ੍ਰਸ਼ਾਦਾ ਛਕਦੇ ਨੇ, ਪ੍ਰਸ਼ਾਦ ਪਾਣੀ ਛਕਣ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਭਾਵੇਂ ਸੂਖਮ ਅਰਦਾਸ ਕੀਤੀ ਜਾਂਦੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਨਾਨਕ ਪੁਸਰੀਆ ਪਕਾਈਆ ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇ ਖਾਏ। ਜਦੋਂ ਵਾਹਿਗੁਰੂ ਨੂੰ ਯਾਦ ਕਰਕੇ ਮੁਖ ਦੇ ਵਿੱਚ ਭੋਜਨ ਪਾਇਆ ਜਾਂਦਾ ਹੈ ਤੇ ਫਿਰ ਵਾਹਿਗੁਰੂ ਸਾਰੇ ਦੇਵਤਿਆਂ ਦਾ ਮੁੱਢ ਹੈ। ਕੱਲੇ ਕੱਲੇ ਦੇਵਤੇ ਨੂੰ ਪ੍ਰਸੰਨ ਕਰਨ ਲਈ ਤੁਸੀਂ ਬਾਹਰ ਭਟਕ ਰਹੇ ਹੋ, ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤਾਂ ਸਾਰੇ ਮਨੁੱਖਾਂ ਦੇ ਅੰਦਰ ਬੈਠਾ ਹੈ। ਇਸ ਲਈ ਤੁਸੀਂ ਇਹ ਭਾਵਨਾ ਰੱਖ ਕੇ ਸਿੱਖਾਂ ਨੂੰ ਪਕਵਾਨ ਭੋਜਨ ਛਕਾਓ, ਪ੍ਰਸ਼ਾਦਾ ਛਕਾਓ ਕਿ ਵਾਹਿਗੁਰੂ ਆਪ ਸਾਰੇ ਸਰੀਰਾਂ ਵਿੱਚ ਵਿਰਾਜਮਾਨ ਹੈ। ਤੇ ਜਦੋਂ ਅਸੀਂ ਲੰਗਰ ਛਕਾਉਣ ਲੱਗੇ ਹਾਂ ਤੇ ਉਹ ਵਾਹਿਗੁਰੂ ਨੇ ਆਪ ਛਕਣਾ ਹੈ। ਇਸ ਲਈ ਮਹਾਰਾਜ ਕਹਿੰਦੇ ਵਾਹਿਗੁਰੂ ਸਾਰੇ ਦੇਵਤਿਆਂ ਦਾ ਆਪ ਮੁੱਢ ਹੈ। ਜਥਾ ਮੂਲ ਤਰ ਸਿੰਚਨ ਕਰੇ। ਜਿਸ ਤਰ੍ਹਾਂ ਕੋਈ ਰੁੱਖ ਦੀ ਜੜ ਨੂੰ ਪਾਣੀ ਪਾਉਂਦਾ ਹੈ, ਪੱਤਰ ਪੁਸ਼ਪ ਸ਼ਾਖਾ ਹੋਏ ਹਰੇ। ਫਿਰ ਪੱਤੇ ਫੁੱਲ ਤੇ ਜਿਹੜੀਆਂ ਸ਼ਾਖਾਵਾਂ ਟਾਹਣੀਆਂ ਨੇ ਉਹ ਆਪੇ ਹਰੀਆਂ ਹੋ ਜਾਂਦੀਆਂ ਨੇ। ਇਸ ਤਰ੍ਹਾਂ ਤੇ ਨਹੀਂ ਨਾ ਕਰੀਦਾ ਕਿ ਫੁੱਲ ਨੂੰ ਵੱਖਰਾ ਪਾਣੀ, ਟਾਹਣੀ ਨੂੰ ਵੱਖਰਾ ਪਾਣੀ ਤੇ ਪੱਤਿਆਂ ਨੂੰ ਵੱਖਰਾ ਪਾਣੀ ਨਹੀਂ ਕੋਈ ਦਿੰਦਾ। ਬਸ ਜੇ ਰੁੱਖ ਨੂੰ ਹਰਿਆ ਰੱਖਣਾ ਹੈ ਤੇ ਉਹਦੀ ਜੜ ਵਿੱਚ ਪਾਣੀ ਪਾਈਦਾ। ਇਹ ਸਾਰੇ ਸਿਆਣੇ ਜਾਣਦੇ ਨੇ ਕਿ ਜਦੋਂ ਰੁੱਖ ਦੀ ਜੜ ਨੂੰ ਪਾਣੀ ਦਿੱਤਾ ਜਾਵੇ ਤੇ ਫਿਰ ਪੱਤੇ ਫੁੱਲ ਜਿਹੜੀਆਂ ਟਾਹਣੀਆਂ ਉਹ ਆਪੇ ਹਰੀਆਂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜੇ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਦੇਖ ਕੇ ਜੇ ਮਨੁੱਖ ਨੂੰ ਤ੍ਰਿਪਤ ਕੀਤਾ ਜਾਵੇ, ਸਿੱਖ ਨੂੰ ਭੋਜਨ ਛਕਾ ਕੇ ਤ੍ਰਿਪਤ ਕੀਤਾ ਜਾਵੇ ਤੇ ਫਿਰ ਸਾਰੇ ਦੇਵਤੇ ਪ੍ਰਸੰਨ ਹੋ ਜਾਂਦੇ ਨੇ। ਵੱਖਰੇ ਵੱਖਰੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਕੋਈ ਰੁੱਖਾਂ ਨੂੰ ਜਾ ਕਰਕੇ ਤੇਲ ਚੜਾ ਰਿਹਾ ਹੈ, ਕੋਈ ਲੱਸੀ ਚੜਾ ਰਿਹਾ ਹੈ,
ਉਹ ਰੁੱਖ ਨੂੰ ਕੀ ਪੂਜ ਰਿਹਾ, ਉਹ ਤਾਂ ਰੁੱਖ ਦੀ ਜੜ ਨੂੰ ਨੁਕਸਾਨ ਪਹੁੰਚਾ ਰਿਹਾ। ਇਸ ਲਈ ਮਹਾਰਾਜ ਕਹਿੰਦੇ ਮਨੁੱਖਾਂ ਦੇ ਵਿੱਚ ਪਰਮੇਸ਼ਰ ਨੂੰ ਦੇਖਿਆ ਜਾਵੇ। ਸਿੱਖਾਂ ਦੇ ਵਿੱਚ ਅਕਾਲ ਪੁਰਖ ਹਰੀ ਦਾ ਆਪਣਾ ਨਿਵਾਸ ਹੈ, ਤੇ ਜੇ ਪ੍ਰਮਾਤਮਾ ਨੂੰ ਭੋਜਨ ਅਰਪਣ ਕਰ ਦਿੱਤਾ ਤੇ ਫਿਰ ਪਿੱਛੇ ਕਿਹੜੇ ਦੇਵਤੇ ਰਹਿ ਗਏ। ਇੰਜ ਕਹਿ ਲਓ ਕਿ ਰੁੱਖ ਦੀ ਜੜ ਨੂੰ ਪਾਣੀ ਦਿੱਤਾ ਤੇ ਸਾਰੇ ਰੁੱਖ ਨੂੰ ਪਾਣੀ ਮਿਲ ਜਾਂਦਾ ਹੈ। ਸੁਣ ਸਿੱਖਨ ਨਿਸ਼ਚੈ ਉਰ ਪਾਇਓ। ਇਹ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਸੁਣਿਆ ਹੈ, ਤੇ ਸੁਣ ਕੇ ਸਿੱਖ ਬੜੇ ਪ੍ਰਸੰਨ ਹੋਏ ਨੇ। ਮਨ ਵਿੱਚ ਪੂਰਨ ਭਰੋਸਾ ਬਣਿਆ। ਸੇਵਾ ਤੇ ਪਹਿਲਾਂ ਵੀ ਕਰਦੇ ਸਨ, ਪਰ ਕੁਝ ਮਨੁੱਖਾਂ ਨੇ ਇਹਨਾਂ ਦੇ ਮਨ ਵਿੱਚ ਸ਼ੰਕਾ ਖੜਾ ਕਰ ਦਿੱਤਾ ਕਿ ਤੁਸੀਂ 5 ਪ੍ਰਕਾਰ ਦੀ ਹਿੰਸਾ ਕਰਦੇ ਹੋ, ਕਿ ਤੁਸੀਂ ਅਗਨੀ ਦੇਵਤੇ ਨੂੰ ਆਹੂਤੀ ਨਹੀਂ ਦਿੰਦੇ, ਤੇ ਤੁਸੀਂ ਦੇਖੋ 5 ਪ੍ਰਕਾਰ ਦੇ ਪਾਪ ਹੋ ਰਹੇ ਨੇ। ਦਾਣੇ ਕੁੱਟ ਰਹੇ ਹੋ, ਪਾਪ ਹੋ ਰਿਹਾ। ਝਾੜੂ ਦਿੰਦੇ ਹੋ, ਉਦੋਂ ਪਾਪ ਹੁੰਦਾ ਹੈ। ਪਾਣੀ ਵਰਤਦੇ ਹੋ, ਫਿਰ ਅੱਗ ਬਾਲਦੇ ਹੋ ਚੁੱਲ੍ਹੇ ਵਿੱਚ। ਇਸ ਤਰ੍ਹਾਂ ਕਿੰਨੇ ਜੀਵ ਜਿਹੜੇ ਉਹ ਮਰ ਜਾਂਦੇ। ਤੁਸੀਂ ਪਾਪਾਂ ਦੀ ਨਿਵਰਤੀ ਵਾਸਤੇ ਕਰਦੇ ਕੀ ਹੋ? ਪਰ ਗੁਰੂ ਸਾਹਿਬ ਜੀ ਨੇ ਦੱਸਿਆ, ਮਨ ਦੇ ਸ਼ੰਕੇ ਦੂਰ ਕੀਤੇ। ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਿਆ ਤੇ ਫਿਰ ਪਿੱਛੇ ਕਿਹੜਾ ਦੇਵਤਾ ਰਹਿ ਜਾਂਦਾ ਹੈ। ਇਸ ਲਈ ਅੱਜ ਵੀ ਜਿਹੜੇ ਨੇਮੀ ਗੁਰਸਿੱਖ ਹਨ, ਉਹ 5 ਪਿਆਰਿਆਂ ਨੂੰ ਘਰ ਵਿੱਚ ਲਿਆ ਕੇ ਪ੍ਰਸ਼ਾਦਾ ਛਕਾਉਣਾ, ਤੇ ਉਹਨਾਂ 5 ਦੇ ਵਿੱਚ ਗੁਰੂ ਸਾਹਿਬ ਦੀ ਹੋਂਦ ਨੂੰ ਮਹਿਸੂਸ ਕਰਨਾ। ਇਨ ਪੰਚਨ ਮੈਂ ਮੇਰੋ ਵਾਸਾ, ਇਹ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਹਨ। ਫਿਰ ਸਿੱਖਾਂ ਨੂੰ ਲੰਗਰ ਛਕਾਉਣਾ, ਇਹ ਬਹੁਤ ਵੱਡੀ ਸੇਵਾ ਹੈ। ਤੇ ਫਿਰ ਹੋਰ ਜਿਹੜੇ ਲੋੜਵੰਦ ਹਨ ਉਹਨਾਂ ਨੂੰ ਵੀ ਖਾਲੀ ਨਹੀਂ ਮੋੜਨਾ। ਇਹ ਸਿੱਖ ਦਾ ਆਪਣਾ ਜੀਵਨ ਹੈ। ਇਹਨਾਂ ਨੇ ਮਹਾਰਾਜ ਦਾ ਬਚਨ ਸੁਣਿਆ ਤੇ ਮਨ ਦੇ ਵਿੱਚ ਪੂਰਨ ਭਰੋਸਾ ਜਿਹੜਾ ਸੀ ਉਹ ਬਣਾ ਲਿਆ। ਸਤਿਗੁਰ ਆਗੈ ਸੀਸ ਝੁਕਾਇਓ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਨਵਾਇਆ। ਗੁਰ ਦਿੱਤਾ ਸਿੱਖ ਲਟਕਣ ਘੂਰਾ। ਇਹ ਹੋਰ ਗੁਰਸਿੱਖਾਂ ਦੇ ਨਾਮ ਨੇ, ਭਾਈ ਗੁਰਦੱਤਾ ਜੀ ਅਤੇ ਭਾਈ ਲਟਕਣ ਘੂਰਾ। ਇਹ ਸਿੱਖ ਹਨ। ਉਤੋ ਸਰਾਫ ਕਟਾਰਾ ਰੂਰਾ। ਭਾਈ ਕਟਾਰਾ ਜੀ ਜਿਹੜੇ ਸੁੰਦਰ ਸਰਾਫੀ ਹਨ। ਮਿਲ ਭਗਵਾਨਾ ਚਾਰ ਹੋਆਏ। ਅਤੇ ਭਾਈ ਭਗਵਾਨਾ ਜੀ, ਇਹ 4 ਹੀ ਸਿੱਖ ਮਿਲੇ ਹਨ। ਭਾਈ ਗੁਰਦੱਤਾ, ਭਾਈ ਲਟਕਣ ਘੂਰਾ, ਭਾਈ ਕਟਾਰਾ ਸਰਾਫੀ ਤੇ ਭਾਈ ਭਗਵਾਨਾ। ਇਹ 4 ਸਿੱਖ ਮਿਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਰਨ ਆਏ ਹਨ। ਸ੍ਰੀ ਅਰਜਨ ਪਗ ਸੀਸ ਝੁਕਾਏ। ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਇਹਨਾਂ ਨੇ ਆਪਣਾ ਸਿਰ ਨਵਾਇਆ ਹੈ। ਉਹ ਜਿਉ ਨਾਮ ਜਪ ਹੈ ਹਮ ਕੌਣ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪੁੱਛਦੇ ਨੇ, ਕਹਿਣ ਲੱਗੇ ਮਹਾਰਾਜ ਸਾਨੂੰ ਉਪਦੇਸ਼ ਦੇਵੋ ਕਿ ਅਸੀਂ ਕਿਹੜਾ ਨਾਮ ਜਪੀਏ। ਕਿਉਂਕਿ ਸਾਧ ਸੰਗਤ ਪਹਿਲਾਂ ਦੂਰ ਦੁਰਾੜੇ ਸਿੱਖ ਰਹਿੰਦੇ ਸੀ, ਤੇ ਜਦੋਂ ਕਿਤੇ ਸਮਾਂ ਮਿਲਣਾ ਇਹਨਾਂ ਗ੍ਰਸਤੀ ਸਿੱਖਾਂ ਨੂੰ, ਇਹਨਾਂ ਨੇ ਸਮਾਂ ਕੱਢ ਕੇ ਗੁਰੂ ਦੀ ਸ਼ਰਨ ਚੱਲ ਕੇ ਆਉਣਾ। ਤੇ ਮਨਾਂ ਵਿੱਚ ਕਈ ਤਰ੍ਹਾਂ ਦੇ ਜੇ ਸ਼ੰਕੇ ਸਵਾਲ ਖੜੇ ਹੋਣੇ, ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆ ਕੇ ਪੁੱਛ ਲੈਣੇ। ਕਿਉਂਕਿ ਉਦੋਂ ਐਸਾ ਸਮਾਂ ਤੇ ਹੈ ਨਹੀਂ ਸੀ, ਇੰਨੇ ਸਾਧਨ ਤਾਂ ਨਹੀਂ ਸਨ। ਇਸ ਕਰਕੇ ਕਿਤੇ ਕਿਤੇ ਸਿੱਖਾਂ ਨੂੰ ਸਮਾਂ ਮਿਲਦਾ ਸੀ ਗੁਰੂ ਦੀ ਸ਼ਰਨ ਵਿੱਚ ਆਉਣ ਦਾ। ਪਰ ਜਿਹੜੇ ਸਿੱਖ ਸਨ ਇਹ ਨੇਮੀ ਸਨ। ਧਰਮਸ਼ਾਲਾ ਕਾਇਮ ਕਰਕੇ ਦੋਵੇਂ ਸਮੇਂ ਸੰਗਤ ਵਿੱਚ ਜ਼ਰੂਰ ਜਾਂਦੇ ਸੀ। ਬੈਠ ਕੇ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਕਰਨਾ, ਕੀਰਤਨ ਕਰਨਾ, ਫਿਰ ਸ਼ਬਦ ਦੀ ਵਿਚਾਰ ਕਰਨੀ, ਇਹ ਸਿੱਖਾਂ ਦਾ ਨੇਮ ਸੀ। ਇਹ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੇਨਤੀ ਕਰਦੇ, ਮਹਾਰਾਜ ਇਹ ਦੱਸੋ ਕਿ ਸਾਨੂੰ ਕਿਹੜਾ ਨਾਮ ਜਪਣਾ ਚਾਹੀਦਾ ਹੈ। ਜਿਸ ਤੇ ਪ੍ਰਾਪਤ ਹੋਏ ਸੁਖ ਭਾਉਣਾ। ਜਿਸ ਨਾਮ ਦੇ ਨਾਲ ਸਾਨੂੰ ਸੁਖ ਦੀ ਪ੍ਰਾਪਤੀ ਹੋਵੇ। ਸ੍ਰੀ ਮੁਖ ਕਹਿਓ ਨਾਮ ਪ੍ਰਭ ਸਾਰੇ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਗੁਰਦੇਵ ਕਹਿੰਦੇ ਨੇ ਨਾਮ ਪ੍ਰਭ ਸਾਰੇ। ਜਿੰਨੇ ਵੀ ਕੋਈ ਪ੍ਰਮਾਤਮਾ ਦਾ ਧਿਆਨ ਧਰ ਕੇ ਉਹਨੂੰ ਜਪ ਰਿਹਾ ਹੈ, ਇਹ ਸਾਰੇ ਨਾਮ ਪ੍ਰਮਾਤਮਾ ਦੇ ਹਨ। ਤੇ ਨੇ ਨਾਮ ਅਨੇਕਾਂ, ਰੂਪ ਅਨੰਤਾ। ਜਿੰਨੇ ਵੀ ਪ੍ਰਮਾਤਮਾ ਨੇ ਰੂਪ ਧਾਰੇ, ਜਿਸ ਤਰ੍ਹਾਂ ਸਰਗੁਣ ਸਰੂਪ ਧਾਰਨ ਕੀਤੇ ਭਗਤਾਂ ਦੀ ਰੱਖਿਆ ਵਾਸਤੇ, ਉਹਨਾਂ ਦੀ ਪੈਜ ਪੱਤ ਆਬਰੂ ਰੱਖਣ ਵਾਸਤੇ, ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੀ ਰੱਖਿਆ ਕੀਤੀ, ਭਗਤ ਕਬੀਰ ਸਾਹਿਬ ਦੀ ਰੱਖਿਆ ਕੀਤੀ, ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ। ਜਿਹੜੇ ਜਿਹੜੇ ਸਮੇਂ ਪ੍ਰਮਾਤਮਾ ਜੀ ਨੇ ਅਵਤਾਰ ਧਾਰੇ, ਉਸ ਤਰ੍ਹਾਂ ਦੇ ਨਾਮ ਪ੍ਰਮਾਤਮਾ ਦੇ ਪੈ ਗਏ। ਮਹਾਰਾਜ ਕਹਿੰਦੇ ਸਾਰੇ ਨਾਮ ਪ੍ਰਮਾਤਮਾ ਦੇ ਸੁੰਦਰ ਹਨ। ਭੌਜਲ ਪਾਰ ਉਤਾਰਨ ਹਾਰੇ। ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੈ, ਜਿੱਥੇ ਬੈਠਾ ਜਪ ਰਿਹਾ ਹੈ, ਸੱਚੀ ਸੁੱਚੀ ਭਾਵਨਾ ਰੱਖ ਕੇ ਜਪ ਰਿਹਾ, ਸਤਿਗੁਰੂ ਕਹਿੰਦੇ ਉਹ ਜ਼ਰੂਰ ਭਵ ਸਾਗਰ ਤੋਂ ਤਰੇਗਾ। ਪਰ ਤਰੇਗਾ ਉਹ ਜਿਹੜਾ ਨਾਮ ਜਪੇਗਾ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ ਕਿ ਕੋਈ ਇਸਤਰੀ ਖਲੋਤੀ ਪੁੱਛ ਰਹੀ ਹੈ ਕਿ ਪ੍ਰੀਤਮ ਪਤੀ ਦੇ ਦੇਸ਼ ਜਾਣਾ ਹੈ,
ਪਰ ਖਲੋਤੀ ਹੋਈ ਪੁੱਛਦੀ ਰਹਿੰਦੀ ਹੈ, ਜਾਂਦੀ ਨਹੀਂ। ਜਿੰਨਾ ਚਿਰ ਤੁਰੇਗੀ ਨਹੀਂ ਉਹਨਾਂ ਚਿਰ ਪਹੁੰਚੇਗੀ ਨਹੀਂ। ਇਸ ਕਰਕੇ ਭਵ ਸਾਗਰ ਤੋਂ ਪਾਰ ਉਹੀ ਹੋਵੇਗਾ ਜਿਹੜਾ ਨਾਮ ਜਪੇਗਾ। ਮਹਾਰਾਜ ਕਹਿੰਦੇ ਜਿਹੜਾ ਜਪੇਗਾ ਉਹ ਪਾਰ ਹੋਵੇਗਾ। ਸ੍ਰੀ ਨਾਨਕ ਨੇ ਸਿੱਖਣ ਹੇਤ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਵਾਸਤੇ ਵਾਹਿਗੁਰੂ ਸਿਰਜੋ ਨਿਤ ਚੇਤ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੀ ਕਲਿਆਣ ਹਿੱਤ ਵਾਹਿਗੁਰੂ ਗੁਰਮੰਤਰ ਜਿਹੜਾ ਹੈ ਉਹ ਬਖਸ਼ਿਆ ਹੈ। ਵਾਹਿਗੁਰੂ ਨਾਮ ਸਿਰਜਿਆ ਹੈ। ਚਤੁਰ ਵਿਊਹ ਜਿਮ ਪ੍ਰਭ ਕੇ ਰੂਪ, ਜਿਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਜੀ ਦੇ 4 ਸਰੂਪ ਹਨ, ਸੋ ਇਸੇ ਤਰ੍ਹਾਂ ਤਿਮ ਇਹ ਚਾਰੋ ਬਰਨ ਅਨੂਪ। ਇਹ 4 ਪੁਰਖ ਜਿਹੜੇ ਮੰਨੇ ਨੇ, ਸਰੀਰ ਪੁਰਖ, ਛੰਦ ਪੁਰਖ, ਦੇਵ ਪੁਰਖ ਤੇ ਮਹਾਪੁਰਖ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਦੇ 4 ਅੱਖਰ ਲਏ ਹਨ। ਜਥਾ ਚਮੂ ਕੇ ਚਾਰੋ ਅੰਗ, ਜਿਸ ਤਰ੍ਹਾਂ ਫੌਜਾਂ ਦੇ ਕਿਸੇ ਰਾਜੇ ਦੀ ਫੌਜ ਦੇ 4 ਅੰਗ ਹੁੰਦੇ ਨੇ। 4 ਪ੍ਰਕਾਰ ਦੀ ਫੌਜ ਰਾਜਿਆਂ ਦੀ ਮੰਨੀ ਹੈ। ਹਾਥੀ ਵਾਲੀ ਫੌਜ, ਘੋੜਸਵਾਰੀ ਵਾਲੀ ਫੌਜ, ਇਸੇ ਤਰ੍ਹਾਂ ਰੱਥਾਂ ਵਾਲੀ ਫੌਜ ਤੇ ਜਿਹੜੇ ਪੈਦਲ ਚੱਲਣ ਵਾਲੇ ਸਿਪਾਹੀ ਨੇ। ਇਹ 4 ਤਰ੍ਹਾਂ ਦੀ ਫੌਜ ਹੈ। ਚਤੁਰੰਗਨ ਜਿਹਨੂੰ ਕਹਿੰਦੇ ਹਨ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਪ੍ਰਮਾਤਮਾ ਦੇ 4 ਸਰੂਪ ਮੰਨੇ ਨੇ, ਰਾਜੇ ਦੀ ਫੌਜ ਦੇ 4 ਅੰਗ ਮੰਨੇ ਹਨ। ਇਮ ਇਹ ਬਰਨ ਚ ਸਤੁਰ ਅਗ ਭੰਗ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਮੰਤਰ ਦੇ 4 ਅੱਖਰ ਲਏ ਨੇ। ਜਿਹੜਾ ਮੰਤਰ ਅਗ ਨਾਮ ਪਾਪ ਦਾ ਹੈ ਤੇ ਛਤਰ ਨਾਮ ਵੈਰੀ ਦਾ ਹੈ। ਪਾਪਾਂ ਰੂਪੀ ਵੈਰੀ ਨੂੰ ਨਾਸ਼ ਕਰਨ ਵਾਲਾ ਹੈ ਨਾਮ। ਚਾਰੋ ਬੇਦਨ ਕੋ ਮਥ ਸਾਰ। ਮਹਾਰਾਜ ਜੀ ਨੇ 4 ਯੁੱਗਾਂ ਦਾ ਜੋ ਸਾਰ ਸੀ, ਜਿਹੜੇ ਮੰਤਰਾਂ ਦੇ ਅੱਖਰ ਸਨ, ਉਹਨਾਂ ਦੇ ਅੱਖਰਾਂ ਵਿੱਚੋਂ ਅੱਖਰ ਲੈ ਕੇ ਸੁੰਦਰ ਬਰਨ ਰਚੇ ਗੁਰਚਾਰ। ਸਤਿਗੁਰੂ ਜੀ ਨੇ ਸੁੰਦਰ 4 ਅੱਖਰ ਲੈ ਕੇ ਸੋਹਣਾ ਮੰਤਰ ਰਚਿਆ ਏ। ਸਤਿਯੁਗ ਦੇ ਵਿੱਚ ਵਾਸੁਦੇਵ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਹਨ। ਤੇ ਤ੍ਰੇਤੇ ਦੇ ਵਿੱਚ ਹਰੀ ਹਰੀ, ਤੇ ਦੁਆਪਰ ਵਿੱਚ ਗੋਬਿੰਦ, ਕਲਯੁਗ ਵਿੱਚ ਰਾਮ ਰਾਮ। ਮਹਾਰਾਜ ਨੇ 4 ਯੁੱਗਾਂ ਦੀ ਭਗਤੀ ਦਾ ਫਲ ਦੇਣ ਵਾਸਤੇ ਇਹ ਸੁੰਦਰ 4 ਅੱਖਰੀ ਮੰਤਰ ਰਚਿਆ ਹੈ। ਚੌਂ ਦਿਸ਼ ਤੇ ਦਿੜ ਮਨੋਂ ਜਹਾਜ। ਤੇ ਮਨ ਨੂੰ ਇਹ ਜਿਹੜਾ 4 ਪਾਸੋਂ ਪੱਕਾ ਜਹਾਜ਼ ਬਣਾਇਆ ਹੈ। ਪਲ ਮੈਂ ਸਿੱਖਿਓ ਬਾਰਨ ਕਾਜ। ਤੇ ਪਲ ਮੈਂ ਸਿੱਖ ਉਭਾਰਨ ਕਾਜ। ਪਲ ਦੇ ਕਲਯੁਗ ਦੇ ਸਮੇਂ ਅੰਦਰ ਸਿੱਖਾਂ ਨੂੰ ਉਹਨਾਂ ਦਾ ਉਧਾਰ ਕਰਨ ਵਾਸਤੇ ਅਤੇ ਸਿੱਖਾਂ ਦੇ ਕਾਰਜ ਸਵਾਰਨ ਵਾਸਤੇ ਜਪਹਿ ਨਿਰੰਤਰ ਮਹਿਮਾ ਜਾਣ। ਜਿਹੜੇ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਜਾਣ ਕੇ ਇਸ ਦਾ ਇੱਕ ਰਸ ਜਾਪ ਕਰਨਗੇ, ਤਿਨ ਕੋ ਕਰਤਬ ਰਹਿਓ ਨਾ ਆਨ। ਉਹਨਾਂ ਨੂੰ ਫਿਰ ਹੋਰ ਕੋਈ ਕਰਤੱਵ ਜਾਂ ਕੋਈ ਕੰਮ ਕਰਨਾ ਉਹਨਾਂ ਲਈ ਰਹਿ ਨਹੀਂ ਜਾਂਦਾ। ਜਿਹੜੇ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਜਾਣ ਕੇ ਵਾਹਿਗੁਰੂ ਮੰਤਰ ਜਪਦੇ ਨੇ, ਉਹਨਾਂ ਲਈ ਫਿਰ ਹੋਰ ਕੋਈ ਕੰਮ ਕਰਨਾ ਰਹਿ ਹੀ ਨਹੀਂ ਜਾਂਦਾ। ਭਾਵ ਕਿ ਫਲਾਣਾ ਵਾਰ ਹੈ, ਅੱਜ ਫਲਾਣਾ ਕਰਮ ਕਰ ਲਈਏ, ਅੱਜ ਫਲਾਣਾ ਦਿਨ ਹੈ, ਅੱਜ ਫਲਾਣਾ ਕਰਮ ਕਰੀਏ। ਇਸ ਤਰ੍ਹਾਂ ਦੇ ਕਰਮ ਕਰਨ ਦੀ ਲੋੜ ਨਹੀਂ ਸਿੱਖਾਂ ਨੂੰ। ਬਸ ਇਹਨਾਂ ਲਈ ਗੁਰੂ ਨਾਨਕ ਸਾਹਿਬ ਜੀ ਨੇ ਸੁਖਾਲਾ ਕਲਯੁਗ ਦੇ ਅੰਤਰ ਗੁਰਮੰਤਰ ਦਿੱਤਾ ਹੈ ਕਿ ਨਾ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਹੈ, ਨਾ ਕੋਈ ਹੋਰ ਕਰਮ ਕਾਂਡ ਕਰਨ ਦੀ ਲੋੜ ਹੈ। ਬਸ ਸਿੱਖ ਵਾਹਿਗੁਰੂ ਨਾਮ ਦੀ ਮਹਿਮਾ ਨੂੰ ਜਾਣ ਕੇ ਕਿ ਪਰਮੇਸ਼ਰ ਵਾਹਿਗੁਰੂ ਹਰੀ ਦਾ ਨਾਮ ਹੈ, ਇਹਦੇ ਵਿੱਚ 4 ਯੁੱਗਾਂ ਦੇ ਮੰਤਰ ਦਾ ਫਲ ਰੱਖ ਦਿੱਤਾ। ਜਿਹੜਾ ਵੀ ਭਾਵਨਾ ਨਾਲ ਕਹੇਗਾ ਵਾਹਿਗੁਰੂ, ਉਹਦੇ ਸਭੇ ਕਾਰਜ ਪ੍ਰਮਾਤਮਾ ਵਾਹਿਗੁਰੂ ਆਪ ਰਾਸ ਕਰੇਗਾ। ਏਕ ਬਾਰ ਜਿਨ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਵਿੱਚ ਨਾ ਆਇਓ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਦੀ ਤੇ ਕਿਰਪਾ ਕੀਤੀ ਹੈ। ਇਹਨਾਂ ਦੇ ਜਪਣ ਵਾਸਤੇ ਸਿਮਰਨ ਲਈ ਵਾਹਿਗੁਰੂ ਗੁਰਮੰਤਰ ਦਿੱਤਾ ਹੈ। ਵਾਹਿਗੁਰੂ ਜਿਨ ਹਿਰਦੈ ਬਸਾਇਓ। ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਇਹ ਨਾਮ ਆਪਣੇ ਹਿਰਦੇ 'ਚ ਵਸਾ ਲਿਆ, 4 ਪਦਾਰਥ ਕਰ ਤਲ ਪਾਇਓ। ਉਹਨਾਂ ਨੇ ਆਪਣੇ ਹੱਥ ਦੀ ਤਲੀ ਦੇ ਉੱਤੇ 4 ਪਦਾਰਥਾਂ ਦੀ ਪ੍ਰਾਪਤੀ ਕਰ ਲਈ। 4 ਪਦਾਰਥ ਨੇ ਧਰਮ, ਅਰਥ, ਕਾਮ ਤੇ ਮੋਖ। ਧਰਮ ਵਿੱਚ ਪਰਪੱਕਤਾ, ਮਨ ਚਾਹੇ ਪਦਾਰਥ, ਕਾਮਨਾਵਾਂ ਪੂਰੀਆਂ ਹੋਣੀਆਂ ਤੇ ਉਸ ਦੀ ਮੁਕਤੀ ਕਲਿਆਣ ਦੀ ਪ੍ਰਾਪਤੀ। ਉਹਨੂੰ 4 ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਕਿਹਨੂੰ? ਜਿਹਨੇ ਵਾਹਿਗੁਰੂ ਨਾਮ ਆਪਣੇ ਹਿਰਦੇ 'ਚ ਵਸਾ ਲਿਆ, ਉਹਨੇ 4 ਪਦਾਰਥ ਆਪਣੀ ਤਲੀ ਤੇ ਪ੍ਰਾਪਤ ਕਰ ਲਏ। ਕਹਾਂ ਲਗ ਇਹ ਮਹਾਤਮ। ਸਤਿਗੁਰੂ ਕਹਿੰਦੇ ਸਿੱਖੋ, ਇਸ ਨਾਮ ਦਾ ਮਹਾਤਮ ਮੈਂ ਤੁਹਾਨੂੰ ਕਿੱਥੋਂ ਤੱਕ ਕਹਿ ਕੇ ਦੱਸਾਂ। ਸਿਮਰਤ ਪ੍ਰਾਪਤ ਗਿਆਨ ਸੋ ਆਤਮ। ਜਿਹੜਾ ਇਸ ਦਾ 8 ਪੈਰ ਸਿਮਰਨ ਕਰਦਾ ਹੈ, ਉਸ ਨੂੰ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਉਹ ਬ੍ਰਹਮ ਗਿਆਨੀ ਬਣਦਾ ਹੈ। ਸੁਣ ਮਹਿਮਾ ਸਿਖ ਸਿਮਰਨ ਲਾਗੇ। ਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਸੁਣੀ ਹੈ ਤੇ ਸੁਣ ਕੇ ਇਸ ਦਾ ਸਿਮਰਨ ਕਰਨ ਲੱਗੇ, ਕਿਉਂਕਿ ਸੁਣ ਲੈਣਾ ਇਹ ਵੀ ਵੱਡੀ ਗੱਲ ਹੈ। ਸੁਣਿਆ ਵੀ ਭਾਗਾਂ ਨਾਲ ਜਾਂਦਾ ਹੈ, ਜੇ ਸੰਗਤ ਮਿਲੇ ਫੇਰ ਹੀ ਕੁਝ ਸੁਣਾਂਗੇ ਨਾ, ਪਰ ਸੁਣ ਕੇ ਉਸ ਦੀ ਕਮਾਈ ਕਰਨੀ ਤੇ ਕਮਾਈ ਕਰਕੇ ਉਸ ਨੂੰ ਮੰਨ ਲੈਣਾ, ਆਪਣੇ ਹਿਰਦੇ 'ਚ ਵਸਾ ਲੈਣਾ। ਇਸ ਲਈ ਗੁਰੂ ਸਾਹਿਬ ਕਹਿੰਦੇ ਉਹਨਾਂ ਤੋਂ ਤਾਂ ਮੈਂ ਕੁਰਬਾਨ ਜਾਨਾਂ ਜਿਹੜੇ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲੈਂਦੇ ਨੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਤੋਂ ਉਪਦੇਸ਼ ਸੁਣ ਕੇ ਸਿੱਖਾਂ ਨੇ ਇਸ ਦੀ ਕਮਾਈ ਕੀਤੀ ਹੈ। ਸਤਿਗੁਰੂ ਮਿਲੇ ਭਾਗ ਜਿਨ ਜਾਗੇ। ਪਰ ਪੂਰਾ ਗੁਰੂ ਉਹਨੂੰ ਮਿਲਦਾ ਹੈ ਜਿਹਦੇ ਭਾਗ ਜਾਗ ਪੈਂਦੇ ਹਨ। ਜੇ ਭਾਗ ਜਾਗੇ ਤੇ ਫਿਰ ਗੁਰੂ ਦੀ ਪ੍ਰਾਪਤੀ ਹੋਈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਹਰ ਭੇਟਿਓ ਪੁਰਖ ਰਸਕ ਬੈਰਾਗੀ। ਇਹ ਰਸਾਂ ਦਾ ਘਰ, ਹਿਰਦੇ ਵਿੱਚ ਵਿਰਾਗ ਦੇਣ ਵਾਲਾ ਪੂਰਾ ਸਤਿਗੁਰੂ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਪੂਰਬਲੇ ਭਾਗ ਜਾਗ ਪੈਣ। ਇਹ ਭਾਗਾਂ ਦੀ ਨਿਸ਼ਾਨੀ ਹੈ। ਪਰ ਗੁਰੂ ਵੀ ਬੜੇ ਬਣ ਬੈਠੇ ਨੇ, ਆ ਦੇਹਧਾਰੀ ਗੁਰੂਆਂ ਦੀ ਵੀ ਕੋਈ ਘਾਟ ਨਹੀਂ, ਪਰ ਪੂਰਾ ਗੁਰੂ ਜਿਹੜਾ ਹਿਰਦੇ ਘਰ ਵਿੱਚ ਚਾਨਣ ਕਰੇ, ਆਤਮਾ ਦਾ ਗਿਆਨ ਬਖਸ਼ੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਤੇ ਮਹਾਰਾਜ ਜੀ ਦੀ ਦਿੱਤੀ ਹੋਈ ਮਰਿਆਦਾ, ਇਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਤ ਜੋਤ ਜਪੈ ਨਿਸਬਾਸਰ, ਇਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਲਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਅਤੇ 10 ਪਾਤਸ਼ਾਹੀਆਂ ਤੋਂ ਸਿਵਾਏ ਹੋਰ ਕਿਸੇ ਨੂੰ ਗੁਰੂ ਵਾਲੀ ਥਾਂ ਨਹੀਂ ਦਿੰਦਾ, ਜਿਹੜਾ ਗੁਰੂ ਕਾ ਸਿੱਖ ਹੈ। ਇਸ ਲਈ ਉਹਨਾਂ ਦੇ ਭਾਗ ਜਾਗੇ ਤੇ ਜਿਨ੍ਹਾਂ ਦੇ ਭਾਗ ਜਾਗੇ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋਈ ਹੈ। ਧੌਣ ਮੁਰਾਰੀ ਰਹਿ ਰਵਿਦਾਸ। ਇਹ ਸਿੱਖਾਂ ਦੇ ਨਾਮ ਹਨ, ਭਾਈ ਧੌਣ ਮੁਰਾਰੀ ਅਤੇ ਭਾਈ ਰਵਿਦਾਸ ਜੀ। ਧੌਣ ਮੁਰਾਰੀ ਰਹਿ ਰਵਿਦਾਸ, ਆਇਓ ਸ੍ਰੀ ਅਰਜਨ ਕੇ ਪਾਸ। ਇਹ ਸਿੱਖ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਕਰਤੇ ਨਮੋ ਸਮੋ ਨਮੋ ਟਿਕ ਬੈਸਾ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਭਾਈ ਧੌਣ ਮੁਰਾਰੀ ਅਤੇ ਭਾਈ ਰਵਿਦਾਸ ਜੀ ਨਮਸਕਾਰ ਕਰਕੇ ਕੋਲ ਬੈਠ ਗਏ। ਹਾਥ ਜੋੜ ਬੂਝੋ ਕਹਿ ਆਸਾ। ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪੁੱਛਣ ਲੱਗੇ। ਭਾਈ ਮੁਰਾਰੀ ਅਤੇ ਭਾਈ ਰਵਿਦਾਸ ਇਹ ਦੋਨੇ ਪੁੱਛਦੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਆਪ ਜੋ ਬਾਣੀ ਕੀ ਨੇ ਉਚਾਰਨ। ਕਹਿਣ ਲੱਗੇ ਮਹਾਰਾਜ ਜਿਹੜੀ ਆਪ ਜੀ ਨੇ ਬਾਣੀ ਉਚਾਰਨ ਕੀਤੀ ਹੈ, ਪਠੈ ਸੁਨੈ ਹਮ ਕਰਹਿ ਵਿਚਾਰਨ। ਅਸੀਂ ਬਾਣੀ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਤੇ ਇਹਦੀ ਵਿਚਾਰ ਵੀ ਕਰਦੇ ਹਾਂ। ਤਉ ਨਾ ਦੁਰਮਤ ਮਨ ਤੇ ਹਾਨੀ। ਪਰ ਮਹਾਰਾਜ ਹਲੇ ਤੱਕ ਸਾਡੀ ਉਹ ਜਿਹੜੀ ਖੇਡ ਹੈ ਬਣ ਨਹੀਂ ਰਹੀ, ਜਿਹੜੀ ਦੁਰਮਤ ਹੈ, ਖੋਟੀ ਮੱਤ ਹੈ, ਉਹ ਦੂਰ ਨਹੀਂ ਜਾ ਰਹੀ। ਖੋਟੀ ਮੱਤ, ਦੁਰਮਤ ਉਹਨੂੰ ਕਹਿੰਦੇ ਨੇ ਕਿ ਬਾਰ-ਬਾਰ ਮੱਤ ਵਿੱਚ ਬੁਰੇ ਖਿਆਲ ਚੱਲਣੇ, ਬਾਰ-ਬਾਰ ਖਿਆਲ ਚੱਲਣ ਦੇ ਨਾਲ ਜੀ ਮਾੜੇ ਪਾਸੇ ਤੁਰਨਾ, ਇਹਨੂੰ ਕਹਿੰਦੇ ਨੇ ਦੁਰਮਤ। ਤੇ ਗੁਰਮਤ ਹੁੰਦੀ ਹੈ ਜਿਹੜਾ ਮੱਤ ਵਿੱਚ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਵੇ, ਜਿਹੜਾ ਹਮੇਸ਼ਾ ਗੁਰੂ ਦੇ ਕਹੇ ਹੋਏ ਬਚਨਾਂ ਦੇ ਉੱਤੇ ਪਹਿਰਾ ਦੇਵੇ, ਉਹ ਗੁਰਮਤੀ ਆ। ਤੇ ਪਰ ਜਿਹੜਾ ਮਾੜੇ ਪਾਸੇ ਤੁਰੇ ਉਹ ਦੁਰਮਤੀ ਆ। ਕਹਿਣ ਲੱਗੇ ਮਹਾਰਾਜ ਬਾਣੀ ਪੜ੍ਹੀ, ਬਾਣੀ ਸੁਣੀ ਵੀ, ਪਰ ਹਲੇ ਤੱਕ ਇਹ ਜਿਹੜੀ ਦੁਰਮਤ ਖੋਟੀ ਮਤ ਸਾਡੀ ਦੂਰ ਨਹੀਂ ਹੋਈ। ਇਹ ਕਿਆ ਕਾਰਨ ਸਕਹਿ ਨ ਜਾਣੀ। ਮਹਾਰਾਜ ਸਾਨੂੰ ਇਹ ਦੱਸੋ ਕਾਰਨ ਕੀ ਹੈ, ਸਾਡੀ ਜਿਹੜੀ ਖੋਟੀ ਮਤ ਹੈ ਇਹ ਦੂਰ ਕਿਉਂ ਨਹੀਂ ਹੋ ਰਹੀ। ਸ੍ਰੀ ਮੁਖ ਤੇ ਬੋਲੇ ਬਲ ਭਲ ਭਾਂਤ। ਇਹਨਾਂ ਦੀ ਬੇਨਤੀ ਸੁਣ ਕੇ ਭਾਈ ਮੁਰਾਰੀ ਅਤੇ ਭਾਈ ਰਵਿਦਾਸ ਦੀ ਦੋਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਹੈ, ਉਜਲ ਬਸਤਰ ਰੰਗ ਚੜ ਜਾਤ। ਮਹਾਰਾਜ ਕਹਿੰਦੇ ਹਨ ਜਿਹੜਾ ਚਿੱਟਾ ਬਸਤਰ ਹੋਵੇ ਨਾ, ਸਫੇਦ ਵਸਤਰ, ਸਾਫ਼ ਵਸਤਰ, ਉਹਦੇ ਉੱਤੇ ਜੇ ਰੰਗ ਚੜਾਈਏ ਤੇ ਰੰਗ ਚੜ ਜਾਂਦਾ ਹੈ। ਨਹਿ ਮਲੀਨ ਕੋ ਰੰਗ ਚੜਤ ਹੈ। ਪਰ ਜੇ ਕੱਪੜਾ ਹੀ ਮੈਲਾ ਹੋਵੇ ਤੇ ਫਿਰ ਮੈਲੇ ਕੱਪੜੇ ਨੂੰ ਰੰਗ ਚੜਾਉਣ ਦਾ ਯਤਨ ਕਰੀਏ, ਰੰਗ ਚੜਦਾ ਨਹੀਂ। ਆ ਜਿਹੜੇ ਦੁਕਾਨਦਾਰ ਜਦੋਂ ਰੰਗ ਚੜਾਉਂਦੇ ਨੇ, ਪਹਿਲਾਂ ਵਸਤਰ ਨੂੰ ਚੰਗੀ ਤਰ੍ਹਾਂ ਉਹਦੀ ਮੈਲ ਕੱਢਦੇ ਹਨ, ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਨੇ, ਸਾਫ਼ ਕਰਕੇ ਫਿਰ ਉਹਦੇ ਤੇ ਰੰਗ ਚੜਾਉਂਦੇ ਨੇ। ਪਰ ਜੇ ਕੱਪੜਾ ਹੀ ਮੈਲਾ ਹੋਵੇ
ਮੈਲੇ ਕੱਪੜੇ ਤੇ ਰੰਗ ਚੜਾਈਏ ਤੇ ਨਹੀਂ ਚੜਦਾ। ਜੇ ਪਖਾਰ ਕਰ ਮੈਲ ਕੱਢਤ ਪਰ ਹੈ, ਜੇ ਉਹ ਕੱਪੜੇ ਨੂੰ ਚੰਗੀ ਤਰ੍ਹਾਂ ਧੋਤਾ ਜਾਵੇ ਤੇ ਉਹਦੀ ਮੈਲ ਬਾਹਰ ਕੱਢੀ ਜਾਵੇ, ਪੁਣ ਤਿਸ ਕੋ ਰੰਗ ਕੱਢ ਚੜੇ ਸੁਨੀਕੋ। ਫਿਰ ਉਸ ਕੱਪੜੇ ਨੂੰ ਚੰਗਾ ਸੋਹਣਾ ਰੰਗ ਚੜ ਜਾਂਦਾ ਹੈ। ਸੁਣ ਸਿੱਖ ਪੁਨ ਬੂਜਨ ਗੂਜਤ ਗੁਰ ਜੀ ਕੋ। ਸੁਣ ਕੇ ਸਿੱਖ ਗੁਰੂ ਸਾਹਿਬ ਜੀ ਤੋਂ ਪੁੱਛਣ ਲੱਗੇ, ਮਨ ਸੂਖਮ ਕੋ ਧੋਵਹਿ ਕੈਸੇ। ਕਹਿਣ ਲੱਗੇ ਮਹਾਰਾਜ ਮਨ ਤਾਂ ਬੜਾ ਸੂਖਮ ਹੈ, ਮਨ ਤਾਂ ਬੜਾ ਬਰੀਕ ਹੈ, ਇਹਨੂੰ ਕਿਸ ਤਰ੍ਹਾਂ ਧੋਈਏ? ਕਿਉਂਕਿ ਮਹਾਰਾਜ ਨੂੰ ਸਵਾਲ ਹੀ ਕੀਤਾ ਹੈ, ਮਹਾਰਾਜ ਅਸੀਂ ਬਾਣੀ ਸੁਣਦੇ ਹਾਂ ਪੜ੍ਹਦੇ ਹਾਂ ਪਰ ਸਾਡੀ ਦੁਰਮਤ ਖੋਟੀ ਮਤ ਨਾਸ਼ ਨਹੀਂ ਹੁੰਦੀ। ਇਸ ਤਰ੍ਹਾਂ ਕਈ ਵਾਰੀ ਕਈਆਂ ਨੂੰ ਦੇਖ ਕੇ ਕੁਝ ਲੋਕ ਇਹ ਸਵਾਲ ਵੀ ਕਰ ਦਿੰਦੇ ਨੇ, ਜੀ ਦੇਖੋ ਫਲਾਣਾ ਬੰਦਾ ਤੇ ਇੰਨੇ ਸਮੇਂ ਤੋਂ ਸੰਗਤ ਕਰਦਾ ਸੀ, ਉਹਨੇ ਕਿਉਂ ਮਾੜਾ ਕਰਮ ਕੀਤਾ ਹੈ? ਉਹ ਤਾਂ ਮਾੜੇ ਕੰਮ ਛੱਡ ਹੀ ਨਹੀਂ ਰਿਹਾ, ਕਾਰਨ ਕੀ ਹੈ? ਮਹਾਰਾਜ ਕਹਿੰਦੇ ਕਾਰਨ ਇਹ ਹੈ ਕਿ ਜੇ ਸਾਫ਼ ਕੱਪੜਾ ਹੋਵੇ ਉਹਨੂੰ ਰੰਗ ਚੜ੍ਹਦਾ ਹੈ, ਤੇ ਜੇ ਕੱਪੜਾ ਮੈਲਾ ਹੋਵੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਧੋਈਦਾ ਹੈ, ਧੋ ਕੇ ਉਹਦੀ ਮੈਲ ਕੱਢੀ ਦੀ ਹੈ ਤੇ ਫਿਰ ਉਹਨੂੰ ਰੰਗ ਚੜਾਈਦਾ ਤੇ ਫਿਰ ਰੰਗ ਚੜ੍ਹਦਾ ਹੈ। ਸਿੱਖ ਕਹਿਣ ਲੱਗੇ ਮਹਾਰਾਜ ਚਲੋ ਇਹ ਤਾਂ ਠੀਕ ਹੈ, ਪਰ ਸਾਡਾ ਮਨ ਬੜਾ ਸੂਖਮ ਹੈ, ਬੜਾ ਬਰੀਕ ਹੈ, ਇਸ ਨੂੰ ਕਿਸ ਤਰ੍ਹਾਂ ਅਸੀਂ ਧੋ ਸਕਦੇ ਹਾਂ? ਹਮੇ ਅਣਜਾਣ ਬਤਾਵਹੁ ਤੈਸੀ। ਮਹਾਰਾਜ ਅਸੀਂ ਤਾਂ ਬੜੇ ਅਣਜਾਣ, ਕਿਉਂਕਿ ਜਿਹੜੀ ਸੂਖਮ ਵਿਚਾਰ ਹੈ ਉਹ ਸਿੱਖ ਗੁਰੂ ਤੋਂ ਆ ਕੇ ਪੁੱਛਦਾ ਹੈ, ਮਨ ਦੀ ਹਾਲਤ ਬਾਰੇ, ਆਤਮਾ ਦੇ ਗਿਆਨ ਬਾਰੇ, ਇਹਨਾਂ ਵਕਾਰਾਂ ਤੋਂ ਨਿਵਰਤੀ। ਕਿਉਂਕਿ ਜਦੋਂ ਅੰਦਰ ਕੋਈ ਰੋਗ ਹੋਵੇ ਤੇ ਫਿਰ ਚੰਗਾ ਵੈਦ ਲੱਭੀਦਾ ਹੈ। ਇਸੇ ਤਰ੍ਹਾਂ ਜਿਹੜੇ ਅੰਤਰੀਵ ਰੋਗ ਹਨ, ਅੰਦਰ ਦੀ ਜਿਹੜੀ ਖੇਡ ਹੈ, ਇਹਦੇ ਬਾਰੇ ਤਾਂ ਪੂਰਾ ਗੁਰੂ ਵੈਦ ਉਹੀ ਦੱਸ ਸਕਦਾ ਹੈ। ਮਹਾਰਾਜ ਮਨ ਬੜਾ ਸੂਖਮ ਹੈ ਤੇ ਆਪ ਜੀ ਕਿਰਪਾ ਕਰੋ, ਅਸੀਂ ਬੜੇ ਅਣਜਾਣ ਹਾਂ, ਕਿਰਪਾ ਕਰਕੇ ਸਾਨੂੰ ਦੱਸੋ ਇਹਨੂੰ ਕਿਸ ਤਰ੍ਹਾਂ ਧੋਈਏ? ਸ੍ਰੀ ਮੁਖ ਤੇ ਕਹਿ ਪ੍ਰਥਮ ਬਤਾਇਓ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਿੱਖੋ ਇਹ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। ਸ੍ਰੀ ਨਾਨਕ ਜਪ ਪਾਠ ਬਣਾਇਓ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਬਣਾਇਆ, ਇਹ ਪੌੜੀਆਂ ਉਚਾਰੀਆਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਬਾਣੀ ਦੇ ਵਿੱਚ ਸਾਨੂੰ ਮਨ ਧੋਣ ਦੀ ਜਾਚ ਦੱਸ ਦਿੱਤੀ। ਹਰ ਰੋਜ਼ ਆਪਾਂ ਇਹ ਬਾਣੀ ਦੇ ਬਚਨ ਪੜ੍ਹਦੇ ਹਾਂ। ਸ੍ਰੀ ਮੁਖ ਵਾਕ ਸ਼੍ਰੋਮਣੀ ਮੁਖ ਦੇ ਬਚਨ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ। ਭਰੀਆ ਹੱਥ ਪੈਰ ਤਨ ਦੇਹ। ਇਹ ਸਰੀਰ, ਜਦੋਂ ਸਰੀਰ ਦੇ ਹੱਥ ਪੈਰ, ਆ ਜਿਹੜੀ ਦੇਹ ਹੈ, ਤਨ ਹੈ ਜਿਹੜਾ, ਜੇ ਇਹ ਗੰਦਗੀ ਦੇ ਨਾਲ, ਮਿੱਟੀ ਦੇ ਨਾਲ ਭਰਿਆ ਹੋਵੇ, ਪਾਣੀ ਧੋਤਾ ਉਤਰ ਸੁਖੇਹ। ਇਹ ਸਾਰੀ ਜਿਹੜੀ ਖੇ ਸਰੀਰ ਨੂੰ ਲੱਗੀ ਹੋਵੇ, ਦੇਹ ਨੂੰ, ਹੱਥਾਂ ਪੈਰਾਂ ਨੂੰ, ਤੇ ਫਿਰ ਆਪਾਂ ਇਹ ਮਿੱਟੀ ਖੇ ਨੂੰ ਧੋਣ ਵਾਸਤੇ ਯਤਨ ਕਰਦੇ ਹਾਂ, ਪਾਣੀ ਲੈਨੇ, ਪਾਣੀ ਨਾਲ ਇਹ ਸਾਰੇ ਸਰੀਰ ਦੀ ਮਿੱਟੀ ਉਤਾਰਦੇ ਹਾਂ। ਮੂਤ ਪਲੀਤੀ ਕੱਪੜ ਹੋਏ। ਇਸੇ ਤਰ੍ਹਾਂ ਪਿਸ਼ਾਬ ਦੇ ਨਾਲ ਜਾਂ ਹੋਰ ਪਲੀਤਿਆ ਮੈਲਾ ਕੱਪੜਾ ਹੋਵੇ, ਜੇ ਸਾਬੂਨ ਲਈਆ ਉਹ ਧੋਏ। ਸਾਬਣ ਲੈ ਕੇ ਉਸ ਕੱਪੜੇ ਦੀ ਮੈਲ ਨੂੰ ਆਪਾਂ ਧੋਨੇ ਆ ਤੇ ਮੈਲ ਉਤਾਰਦੇ ਹਾਂ। ਭਰੀਆ ਮਤ ਪਾਪਾ ਕਾ ਸੰਗ। ਇਸੇ ਤਰ੍ਹਾਂ ਗੁਰਸਿੱਖੋ ਜਿਹੜੀ ਮੱਤ ਹੈ ਇਹ ਪਾਪਾਂ ਦੇ ਨਾਲ ਭਰੀ ਹੋਵੇ ਤਾਂ ਉਹ ਧੋਪਾ ਨਾਵਾ ਕਾ ਰੰਗ। ਇਹ ਨਾਮ ਰੂਪੀ ਪਾਣੀ ਦੇ ਨਾਲ ਇਹ ਜਿਹੜਾ ਮਨ ਹੈ ਇਹ ਧੁੱਬਦਾ ਹੈ। ਜਿਸ ਤਰ੍ਹਾਂ ਸਰੀਰ ਅਤੇ ਬਸਤਰ ਮੈਲੇ ਹੋਣ, ਮਿੱਟੀ ਲੱਗੀ ਹੋਵੇ, ਬਹੁਤ ਪਲੀਤਿਆ ਹੋਵੇ, ਤੇ ਪਾਣੀ ਦੇ ਨਾਲ, ਸਾਬਣ ਦੇ ਨਾਲ ਉਹਨੂੰ ਧੋ ਲਈਦਾ, ਸਾਫ਼ ਕਰ ਲਈਦਾ। ਇਸੇ ਤਰ੍ਹਾਂ ਹੁਣ ਮਨ ਦੀ ਖੇਡ ਬਾਰੇ ਤਾਂ ਕੋਈ ਜਾਣਦਾ ਨਾ, ਮਨ ਵੱਲ ਤਾਂ ਅਸੀਂ ਧਿਆਨ ਦਿੰਦੇ ਨਹੀਂ। ਹਰ ਰੋਜ਼ ਉੱਠੇ, ਇਸ਼ਨਾਨ ਕੀਤਾ, ਸਰੀਰ ਨੂੰ ਸੁਗੰਧੀਆਂ ਲਾਈਆਂ ਤੇ ਸਰੀਰ ਬੜਾ ਸੁੰਦਰ ਦਿਸਿਆ, ਕੱਪੜੇ ਵੀ ਸੋਹਣੇ ਪਾ ਲਏ, ਪਰ ਅੰਦਰ ਕੀ ਸੀ? ਅੰਦਰ ਦੀ ਖੇਡ ਤਾਂ ਪੂਰਾ ਗੁਰੂ ਜਾਣਦਾ। ਜਿਸ ਤਰ੍ਹਾਂ ਸੱਜਣ ਠੱਗ, ਬਾਹਰੋਂ ਤਾਂ ਲਿਬਾਸ ਬੜਾ ਸੋਹਣਾ ਸੀ, ਪਰ ਅੰਦਰ ਜਿਹੜਾ ਸੀ ਉਹ ਬਿਰਤੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਫੜਿਆ। ਇਸੇ ਤਰ੍ਹਾਂ ਮਹਾਰਾਜ ਨੇ ਫਿਰ ਕਿਰਪਾ ਵੀ ਕੀਤੀ, ਮਨ ਵੀ ਧੋ ਦਿੱਤਾ ਤੇ ਉਸ ਨੂੰ ਸੱਜਣ ਸੰਤ ਬਣਾ ਦਿੱਤਾ। ਮਹਾਰਾਜ ਕਹਿੰਦੇ ਅਸਲੀ ਸੱਜਣ ਬਣ। ਹਾਲਤ ਸਾਡੀ ਵੀ ਐਸੀ ਹੈ, ਸਰੀਰ ਵੀ ਧੋ ਲਿਆ, ਬਸਤਰ ਵੀ ਸਾਫ਼ ਪਾ ਲਏ, ਪਰ ਹਲੇ ਤੱਕ ਸਾਡੀ ਜਿਹੜੀ ਮੱਤ ਹੈ, ਮਨ ਹੈ, ਇਹ ਉਜਲ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ। ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉੱਤਰ ਸੋਖੇ, ਮੂਤ ਪਲੀਤੀ ਕੱਪੜ ਹੋਏ ਦੇ, ਸਾਬੂਨ ਲਈਆ ਉਹ ਧੋਏ। ਫਿਰ ਭਰੀਆ ਮਤ ਪਾਪਾ ਕੈ ਸੰਗ। ਜੇ ਮਤ ਪਾਪਾਂ ਨਾਲ ਭਰੀ ਹੋਵੇ ਨਾ, ਮਨ ਮੈਲਾ ਹੋਵੇ, ਉਹ ਧੋਪੈ ਨਾਵੈ ਕੈ ਰੰਗ। ਫਿਰ ਬਾਰ-ਬਾਰ ਯਤਨ ਕਰੀਏ
ਕਿ ਨਾਮ ਜਪੀਏ ਫਿਰ ਹੀ ਮਤ ਦੀ ਮੈਲ ਦੂਰ ਹੋ ਸਕਦੀ ਹੈ, ਫਿਰ ਹੀ ਮਨ ਜਿਹੜਾ ਹੈ ਉਹ ਪਵਿੱਤਰ ਹੋ ਸਕਦਾ ਹੈ ਨਾਮ ਰੂਪੀ ਜਲ ਦੇ ਨਾਲ। ਚਾਉ ਪਈ ਤਾਨਰ ਬਸਤਰ ਸਥੂਲ ਜੋ ਹੋਏ, ਇਹ ਜਿਹੜੇ ਤਨ ਅਤੇ ਬਸਤਰ ਇਹ ਸਥੂਲ ਹਨ। ਜਲ ਸਾਬੁਣ ਸੰਗ ਲਈਐ ਧੋਏ, ਜਲ ਦੇ ਨਾਲ ਸਾਬਣ ਦੇ ਨਾਲ ਅਸੀਂ ਇਹਨੂੰ ਧੋ ਲੈਨੇ ਹਾਂ। ਮਤਿ ਅਰ ਅਗ ਸੂਖਮ ਇਹ ਜਾਣ, ਇਹ ਜਿਹੜੀ ਮਤ ਹੈ ਤੇ ਮਨ ਹੈ ਇਹ ਬਹੁਤ ਸੂਖਮ ਹਨ ਤੇ ਪਾਪ ਵੀ ਬੜੇ ਸੂਖਮ ਹਨ। ਮਨ ਕੋ ਕਰਹਿ ਮਲੀਨ ਮਹਾਨ, ਇਹ ਜਿਹੜੇ ਪਾਪ ਨੇ ਇਹ ਮਨ ਨੂੰ ਮਤ ਨੂੰ ਮਲੀਨ ਮੈਲੇ ਕਰ ਰਹੇ ਹਨ। ਸਤਨਾਮ ਭੀ ਸੂਖਮ ਆਹ, ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਸਤਨਾਮ ਵਾਹਿਗੁਰੂ, ਇਹ ਵਾਹਿਗੁਰੂ ਨਾਮ ਵੀ ਬਹੁਤ ਸੂਖਮ ਹੈ। ਸਿਮਰਨ ਤੇ ਸਗਰੀ ਮਲ ਲਹਾ, ਇਸ ਦਾ ਸਿਮਰਨ ਕਰਨ ਦੇ ਨਾਲ ਵਾਹਿਗੁਰੂ 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 ਜਾਂ ਜਿਹੜਾ ਵੀ ਜਿਸ ਮੱਤ ਦੇ ਵਿੱਚ ਉਹ ਨਾਮ ਜਪ ਰਿਹਾ ਹੈ, ਮਹਾਰਾਜ ਕਹਿੰਦੇ ਨਾਮ ਦੇ ਨਾਲ ਹੀ ਜਿਹੜੀ ਮੱਤ ਹੈ ਇਹ ਧੁੱਬਦੀ ਹੈ। ਕਿਉਂਕਿ ਬਸਤਰ ਤੇ ਸਰੀਰ ਇਹ ਸਥੂਲ ਹਨ। ਸਥੂਲ ਉਹ ਚੀਜ਼ ਹੁੰਦੀ ਹੈ ਜਿਹੜੀ ਦਿਸੇ, ਤੇ ਸੂਖਮ ਹੁੰਦੀ ਹੈ ਜਿਹੜੀ ਦਿਸੇ ਨਾ। ਹੁਣ ਸਰੀਰ ਤੇ ਕੱਪੜਿਆਂ ਦੇ ਉੱਤੇ ਲੱਗੀ ਮੈਲ ਤਾਂ ਦਿਸਦੀ ਹੈ, ਉਹ ਸਾਬਣ ਦੇ ਨਾਲ ਪਾਣੀ ਨਾਲ ਧੋ ਕੇ ਇਹਨੂੰ ਸਾਫ਼ ਕਰ ਲਈਦਾ। ਪਰ ਜਿਹੜਾ ਮਨ ਹੈ ਮਤ ਹੈ ਇਹ ਸੂਖਮ ਹੈ। ਮਹਾਰਾਜ ਕਹਿੰਦੇ ਫਿਰ ਨਾਮ ਵੀ ਸੂਖਮ ਹੈ। ਸੂਖਮ ਨੇ ਸੂਖਮ ਨੂੰ ਧੋਣਾ ਹੈ। ਨਾਮ ਜਪਣ ਦੇ ਨਾਲ ਇਹ ਮੈਲ ਧੁੱਬਦੀ ਹੈ। ਪ੍ਰਭ ਮਹਿ ਪ੍ਰੇਮ ਰੰਗ ਚੜ ਜਾਏ, ਜਿਹੜਾ ਨਾਮ ਜਪਦਾ ਹੈ ਫਿਰ ਮਹਾਰਾਜ ਕਹਿੰਦੇ ਮਨ ਪਵਿੱਤਰ ਹੁੰਦਾ ਹੈ। ਮਨ ਪਵਿੱਤਰ ਹੋ ਗਿਆ ਤੇ ਫਿਰ ਬ੍ਰਹਮ ਦਾ ਰੰਗ ਜਿਹੜਾ ਹੈ ਉਸ ਮਨ ਨੂੰ ਚੜ ਜਾਂਦਾ ਹੈ। ਜਿਸ ਤਰ੍ਹਾਂ ਕੱਪੜੇ ਨੂੰ ਰੰਗ ਚੜਾਉਣ ਵਾਸਤੇ ਪਹਿਲਾਂ ਧੋਤਾ, ਮੈਲ ਉਤਾਰੀ, ਫਿਰ ਉਹਨੂੰ ਰੰਗ ਚੜਾਈਦਾ ਹੈ ਨਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਇਹਨੂੰ ਨਾਮ ਦੇ ਨਾਲ ਧੋਤਾ ਮਤ ਨੂੰ, ਤੇ ਫਿਰ ਇਸ ਮਤ ਦੇ ਉੱਤੇ ਮਨ ਦੇ ਉੱਤੇ ਨਾਮ ਦਾ ਬ੍ਰਹਮ ਦਾ ਰੰਗ ਚੜ ਜਾਂਦਾ ਹੈ। ਏਕ ਰੂਪ ਹੋਏ ਬਹੁਰ ਮਿਲਾਏ, ਫਿਰ ਕੀ ਹੁੰਦਾ ਹੈ ਇਹ ਮਨ ਪਰਮਾਤਮਾ ਵਿੱਚ ਬ੍ਰਹਮ ਨਾਲ ਮਿਲਣ ਕਰਕੇ ਜਦੋਂ ਬ੍ਰਹਮ ਦਾ ਰੰਗ ਹੀ ਚੜ ਗਿਆ ਤੇ ਫਿਰ ਇੱਕ ਰੂਪ ਹੋ ਗਿਆ। ਫਿਰ ਕੋਈ ਨਾ ਸਕੈ ਪਛਾਨੀ, ਹਰ ਹਰ ਜਨ ਦੋਈ ਏਕ ਹੈ। ਉਦੋਂ ਹੋਇਆ ਜਦੋਂ ਇਸ ਮਨ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਚੜ ਗਿਆ। ਸਰਦਾ ਅਰ ਧੀਰ ਜੁਰ ਧਰੋ, ਫਿਰ ਹਿਰਦੇ ਵਿੱਚ ਸ਼ਰਧਾ ਧਾਰਨੀ, ਧੀਰਜ ਰੱਖਣਾ ਤੇ ਪ੍ਰੇਮ ਕਰਨਾ। ਗੁਰਬਾਣੀ ਪੜ ਸੁਨ ਗੁਣ ਧਰੋ, ਗੁਰਬਾਣੀ ਨੂੰ ਪੜਨਾ ਸੁਣਨਾ ਅਤੇ ਜੋ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਹੈ ਉਹ ਆਪਣੇ ਹਿਰਦੇ ਵਿੱਚ ਜਿਹੜਾ ਧਾਰਦਾ ਹੈ। ਸਿਮਰੋ ਨਾਮ ਪਾਪ ਮਲ ਜਾਏ, ਮਹਾਰਾਜ ਕਹਿੰਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਸਾਰੇ ਪਾਪ ਉਤਰ ਜਾਂਦੇ ਹਨ। ਸਨੋ ਸਨੈ ਗੁਰਮਤਿ ਲਿਹੁ ਪਾਏ, ਹੌਲੀ ਹੌਲੀ ਫਿਰ ਗੁਰੂ ਦੀ ਮੱਤ ਦਾ ਧਾਰਨੀ ਮਨ ਹੋ ਜਾਂਦਾ ਹੈ। ਜਨਮ ਅਨੇਕਨ ਕੇ ਅਗ ਬ੍ਰਿੰਦੋ, ਅਨੇਕਾਂ ਜਨਮਾਂ ਦੇ ਬਹੁਤੇ ਪਾਪ ਹਨ। ਕਰੋ ਭਜਨ ਸਭ ਹੋਏ ਨਿਕੰਦ, ਭਜਨ ਕਰਨ ਦੇ ਨਾਲ ਇਹ ਸਾਰੇ ਪਾਪ ਜਿਹੜੇ ਨੇ ਧੁੱਬਦੇ ਹਨ। ਮਹਾਰਾਜ ਦਾ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਹੁਣ ਕੱਪੜਾ ਸੀ, ਉਹਨੂੰ ਇੱਕ ਦਿਨ ਦੀ ਮੈਲ ਲੱਗੀ, ਸਾਬਣ ਦੇ ਨਾਲ ਧੁੱਬ ਜਾਂਦਾ ਹੈ। 2 ਦਿਨਾਂ ਦੀ ਮੈਲ ਹੋਵੇ ਤੇ ਥੋੜਾ ਜ਼ਿਆਦਾ ਸਾਬਣ ਲਾਉਣ ਦੀ ਲੋੜ ਪੈਂਦੀ। ਜੇ ਕਿਤੇ ਕੱਪੜਾ ਹਫਤਾ 10 ਦਿਨ ਉਹਨੂੰ ਵਰਤਿਆ ਹੋਵੇ ਤੇ ਫਿਰ ਆਪਾਂ ਜਾਣਦੇ ਹਾਂ ਕਿ ਉਹਨੂੰ ਫਿਰ ਹੋਰ ਯਤਨ ਕਰਨੇ ਪੈਂਦੇ। ਤੇ ਜੇ ਅਨੇਕਾਂ ਮਹੀਨਿਆਂ ਦਾ ਕੱਪੜਾ ਕੋਈ ਮਲੀਨ ਹੋਵੇ ਤੇ ਕਈ ਫਿਰ ਸੋਢੇ ਵਰਤਣੇ ਪੈਂਦੇ। ਇਸੇ ਤਰ੍ਹਾਂ ਇਹ ਮਨ ਨੂੰ ਇੱਕ ਜਨਮ ਦੀ ਨਹੀਂ ਕਈ ਜਨਮਾਂ ਦੀ ਮੈਲ ਚੜੀ ਹੋਈ ਹੈ। ਫਿਰ ਮਹਾਰਾਜ ਕਹਿੰਦੇ ਤਾਂ ਹੀ ਉਤਰਨੀ ਜੇ ਤੁਸੀਂ ਪੁਨਹ ਬਾਰ-ਬਾਰ ਇਸ ਮਨ ਨੂੰ ਸੰਗਤ ਵਿੱਚ ਲਿਆਵੋ। ਸੰਗਤ ਵਿੱਚ ਲਿਆ ਕੇ, ਕਿਉਂਕਿ ਸੰਗਤ ਵੀ ਸਰੋਵਰ ਹੈ, ਤੇ ਇਸ ਸਰੋਵਰ ਦੇ ਵਿੱਚ ਲਿਆ ਕਰਕੇ ਨਾਮ ਰੂਪੀ ਜਲ ਦੇ ਨਾਲ ਇਸ ਮੈਲ ਨੂੰ ਧੋਵੋਗੇ ਤੇ ਫਿਰ ਇਹ ਜਿਹੜਾ ਮਨ ਹੈ ਪਵਿੱਤਰ ਹੋਵੇਗਾ। ਸੁਣ ਸਿੱਖਨ ਸ਼ਰਧਾ ਤਰ ਧੀਰ, ਇਹ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਸਿੱਖਾਂ ਨੇ ਸੁਣਿਆ ਹੈ। ਭਾਈ ਮੁਰਾਰੀ ਤੇ ਭਾਈ ਰਵਿਦਾਸ, ਸਵਾਲ ਇਹਨਾਂ ਦੋਵਾਂ ਨੇ ਕੀਤਾ ਸੀ, ਪਰ ਉਪਦੇਸ਼ ਤਾਂ ਸਤਿਗੁਰਾਂ ਦਾ ਸਾਡੇ ਸਾਰਿਆਂ ਲਈ ਹੈ। ਸਿੱਖਾਂ ਨੇ ਸੁਣ ਕੇ ਮਹਾਰਾਜ ਦਾ ਬਚਨ ਆਪਣੇ ਹਿਰਦੇ 'ਚ ਵਸਾਇਆ ਹੈ। ਲਾਗੇ ਸਿਮਰਨ ਕਰਨ ਗਹੀਰ, ਤੇ ਜਿਹੜਾ ਸੁੰਦਰ ਸਿਮਰਨ ਹੈ ਗੁਰਮੰਤਰ ਦਾ ਸੋ ਕਰਨ ਲੱਗੇ ਹਨ। ਆਡਤ ਸੋਇਨੀ ਸਿੱਖ ਚਲ ਆਇਓ, ਇਹ ਸਿੱਖਾਂ ਦੇ ਨਾਮ ਨੇ ਭਾਈ ਆਡਤ ਸੋਇਨੀ ਜੀ। ਸਤਿਗੁਰ ਆਗੇ ਸੀਸ ਨਿਵਾਇਓ, ਇਹਨਾਂ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਨਮਸਕਾਰ ਕੀਤੀ ਹੈ। ਆਡਤ ਨਾਮ ਹੈ, ਸੋਇਨੀ ਇਹਨਾਂ ਦੀ ਜਾਤ ਹੈ। ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਹਾਥ ਜੋੜ ਅਰਦਾਸ ਉਚਾਰੀ, ਹੱਥ ਜੋੜ ਕੇ ਭਾਈ ਆਡਤ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੇ। ਬ੍ਰਿਤ ਹਮਾਰੇ ਸ਼ਸਤਰਨ ਧਾਰੀ, ਕਹਿਣ ਲੱਗਾ ਭਾਈ ਆਡਤ ਸੋਇਨੀ ਜੀ, ਮਹਾਰਾਜ ਮੇਰੀ ਬਿਰਤੀ ਤਾਂ ਹੈ ਸ਼ਸਤਰ ਧਾਰੀ, ਕਿਉਂਕਿ ਸੂਰਮੇ ਨੇ, ਪਰ ਹੁਣ ਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਦੀ
ਵੇਖੋ ਇਹਨਾਂ ਸਾਰਿਆਂ ਨੂੰ ਪ੍ਰਾਪਤੀ ਹੋਈ। ਇਹ ਗੁਰੂ ਮਹਾਨ ਹੈ। ਜਿਸ ਤਰ੍ਹਾਂ ਦਾ ਕੋਈ ਮਨੁੱਖ ਹੈ, ਗੁਰੂ ਸਾਹਿਬ ਜੀ ਨੇ ਉਸ ਤਰ੍ਹਾਂ ਦਾ ਉਹਨੂੰ ਉਪਦੇਸ਼ ਦਿੱਤਾ। ਜੇ ਕੋਈ ਆਪਣੀ ਕਿਰਤ ਕਰ ਰਿਹਾ, ਮਹਾਰਾਜ ਕਹਿੰਦੇ ਤੂੰ ਧਰਮ ਦੀ ਕਿਰਤ ਕਰ, ਉੱਥੇ ਬੈਠਾ ਨਾਮ ਜਪ, ਦਸਾਂ ਨੌਹਾਂ ਦੀ ਕਿਰਤ ਕਰੇਗਾ, ਲੋੜਵੰਦ ਨੂੰ ਵੰਡੇਗਾ ਤੇ ਤੇਰੇ ਸਾਰੇ ਕਾਰਜ ਰਾਸ ਨੇ, ਤੇਰਾ ਉੱਥੇ ਬੈਠਾ ਹੀ ਸਫਲਾ। ਜੇ ਕੋਈ ਚੱਲ ਕੇ ਆਇਆ, ਮਹਾਰਾਜ ਮੈਂ ਸ਼ਸਤਰ ਧਾਰੀ ਹਾਂ, ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ ਕਿ ਮੈਂ ਕੀ ਕਰਮ ਕਰਾਂ, ਕਿਹੜਾ ਕਰਮ ਕਰਾਂ ਜਿਹਦੇ ਨਾਲ ਮੇਰੀ ਬੰਦ ਖਲਾਸੀ ਹੋਵੇ, ਤੇ ਮਹਾਰਾਜ ਨੇ ਉਸ ਤਰ੍ਹਾਂ ਦਾ ਉਹਨੂੰ ਉਪਦੇਸ਼ ਦਿੱਤਾ ਹੈ। ਜਿਮ ਉਧਾਰ ਹਮਰੋ ਹੋਏ ਜਾਏ। ਇਹ ਭਾਈ ਆਦਤ ਸੋਇਨੀ ਆ ਕੇ ਕਹਿੰਦੇ, ਮਹਾਰਾਜ ਮੈਂ ਹਾਂ ਸ਼ਸਤਰ ਧਾਰੀ, ਸੂਰਮਾ ਹਾਂ, ਕਿਉਂਕਿ ਸ਼ਸਤਰ ਵੀ ਸੂਰਮੇ ਕੋਲ ਹੁੰਦੇ ਨੇ। ਮਹਾਰਾਜ ਮੈਨੂੰ ਕੀ ਉਪਦੇਸ਼ ਹੈ ਤੇ ਜਿਹਦੇ ਨਾਲ ਮੇਰੀ ਕਲਿਆਣ ਹੋ ਜਾਵੇ। ਕਿਰਪਾ ਕਰੋ ਉਪਦੇਸ਼ ਬਤਾਈ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣਾ ਉਪਦੇਸ਼ ਦੇਵੋ। ਸ੍ਰੀ ਅਰਜਨ ਤਬ ਸਮਤ ਬਤਾਈ। ਇਹਦੀ ਬੇਨਤੀ ਨੂੰ ਸੁਣ ਕੇ ਗੁਰੂ ਸਾਹਿਬ ਜੀ ਨੇ ਚੰਗੀ ਮੱਤ ਦੇਣ ਵਾਸਤੇ ਉਪਦੇਸ਼ ਦਿੱਤਾ ਹੈ। ਧਰਮ ਜੁਧ ਕੀਜੈ ਤ੍ਰਿਤ ਪਾਈ। ਮਹਾਰਾਜ ਕਹਿੰਦੇ ਤੂੰ ਸੂਰਮਾ ਹੈ ਨਾ, ਸ਼ਸਤਰ ਧਾਰੀ ਹੈ ਨਾ, ਫਿਰ ਤੂੰ ਧੀਰਜ ਰੱਖ ਕੇ ਧਰਮ ਯੁੱਧ ਕਰ। ਜੇ ਤੇਰੇ ਕੋਲ ਸ਼ਸਤਰ ਹਨ ਤੇ ਫਿਰ ਜੇ 6ਵੇਂ ਸਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਸਤਰ ਦਿੱਤੇ ਨੇ, ਪਰ ਉਹਦੀ ਫੌਲਾਦ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 5ਵੇਂ ਸਰੂਪ ਤੱਕ ਘੜ ਦਿੱਤੀ ਸੀ ਕਿ ਸ਼ਸਤਰ ਧਾਰੀ ਪਹਿਲਾਂ ਮਹਾਰਾਜ ਨੇ ਸੰਤ ਬਣਾਇਆ ਤੇ ਫਿਰ ਗੁਰੂ ਸਾਹਿਬ ਜੀ ਨੇ ਸਿਪਾਹੀ। ਇਸ ਲਈ ਮਹਾਰਾਜ ਕਹਿੰਦੇ ਜੇ ਤੂੰ ਸ਼ਸਤਰ ਧਾਰੀ, ਉਪਦੇਸ਼ 5ਵੇਂ ਸਰੂਪ ਵਿੱਚ ਵੀ ਇਹੋ ਦਿੱਤਾ, ਫਿਰ ਤੂੰ ਧਰਮ ਯੁੱਧ ਕਰ। ਰਣ ਕਰਤੇ ਪ੍ਰਭ ਸੋ ਰੱਖ ਧਿਆਨ। ਜੰਗ ਕਰਦਿਆਂ, ਧਰਮ ਯੁੱਧ ਕਰਦਿਆਂ ਹੋਇਆਂ ਪ੍ਰਮਾਤਮਾ ਦੇ ਵਿੱਚ ਆਪਣੀ ਸੁਰਤ ਜੋੜਨੀ ਹੈ। ਲਰੇ ਵਿਸ਼ਨ ਜਿਮ ਸਾਰੰਗ ਪਾਨ। ਜਿਸ ਤਰ੍ਹਾਂ ਅਵਤਾਰੀ ਪੁਰਖ ਹੋਏ ਹਨ ਵਿਸ਼ਨੂੰ ਜੀ, ਉਹ ਵੀ ਆਪਣੇ ਹੱਥ ਵਿੱਚ ਸਾਰੰਗਪਾਨ ਹੈ ਨਾਮ ਧਨੁਖ ਦਾ, ਉਹ ਆਪਣੇ ਹੱਥ ਵਿੱਚ ਧਨੁਖ ਲੈ ਕੇ ਉਹਨਾਂ ਨੇ ਵੀ ਧਰਮ ਯੁੱਧ ਕੀਤੇ ਹਨ। ਆਸੁਰਨ ਗਨ ਕੋ ਕੀਨ ਸੰਘਾਰ। ਵਿਸ਼ਨੂੰ ਜੀ ਅਵਤਾਰ ਹੋਏ ਹਨ ਤੇ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਕੇ ਧਨੁਖ ਕੀ ਕੀਤਾ? ਅਸਵਰਨ ਹੁੰਦੇ ਹਨ। ਇਸੇ ਤਰ੍ਹਾਂ ਅਸੁਰਨ ਗਨ ਕੋ ਕੀਨ ਸੰਘਾਰ, ਜਿਹੜੇ ਦੈਂਤ ਸਨ ਉਹਨਾਂ ਦਾ ਸੰਘਾਰ ਕੀਤਾ ਹੈ। ਕਹਿੰਦੇ ਇੱਕ ਵਾਰ ਕਿਤੇ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੁੱਲਿਆ ਰਹਿਬਰ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਸ਼ਸਤਰ ਚੁੱਕਣ ਦੀ ਕੀ ਲੋੜ ਸੀ। ਤੇ ਉਸ ਵੇਲੇ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਉਹਦੇ ਤੋਂ ਸਮਾਂ ਲੈ ਕੇ ਉਸ ਨੂੰ ਉਸ ਦੀ ਕਹੀ ਹੋਈ ਗੱਲ ਦਾ ਅਹਿਸਾਸ ਕਰਾਇਆ। ਕਹਿਣ ਲੱਗੇ ਫਿਰ ਲੱਗਦਾ ਕਿ ਤੁਸੀਂ ਗੀਤਾ ਨਹੀਂ ਪੜ੍ਹੀ, ਕਿਉਂਕਿ ਗੀਤਾ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਜਦੋਂ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਅਰਜੁਨ ਨੂੰ ਕਿ ਹੁਣ ਸਰੀਰ ਦੇ ਉੱਤੇ ਹੋਇਆ ਫੋੜਾ, ਇਹਦਾ ਇਲਾਜ ਕਰਨ ਵਾਸਤੇ ਜੇ ਸ਼ਸਤਰ ਚੁੱਕੀਏ ਤੇ ਫਿਰ ਗਲਤ ਨਹੀਂ ਹੈ। ਤੂੰ ਸ਼ਸਤਰ ਚੁੱਕ, ਤੇਰਾ ਧਰਮ ਹੈ ਅੱਜ ਸ਼ਸਤਰ ਚੁੱਕਣਾ। ਇਸ ਕਰਕੇ ਉਹਨੇ ਆਪਣੀ ਕਹੀ ਹੋਈ ਗੱਲ ਦੀ ਮੁਆਫੀ ਮੰਗੀ ਸੀ। ਜਿੰਨੇ ਅਵਤਾਰੀ ਪੁਰਖ ਹੋਏ ਉਹਨਾਂ ਨੇ ਵੀ ਤਾਂ ਸ਼ਸਤਰ ਰੱਖੇ ਨੇ, ਪਰ ਅੱਜ ਉਹ ਸਰਕਾਰਾਂ ਜਦੋਂ ਸਿੱਖ ਆਪਣੇ ਗੁਰੂ ਦਾ ਬਚਨ ਕਮਾਉਣ ਵਾਸਤੇ ਸ਼ਸਤਰਧਾਰੀ ਹੋ ਕੇ ਤੁਰਨ ਤੇ ਫਿਰ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਅੱਤਵਾਦੀ ਹੋ, ਵੱਖਵਾਦੀ ਹੋ ਸਕਦਾ ਹੈ ਕਿ ਉਹ ਆਪਣੇ ਅਵਤਾਰਾਂ ਦੇ ਇਤਿਹਾਸ ਤੋਂ ਵੀ ਅਣਜਾਣ ਹੋਣ ਕਿ ਜਿਹੜੇ ਸਨਾਤਨ ਮੱਤ ਦੇ ਅਵਤਾਰੀ ਪੁਰਖ ਹੋਏ ਉਹ ਵੀ ਸ਼ਸਤਰਧਾਰੀ ਹੋਏ ਹਨ। ਜੇ ਸਿੱਖ ਨੇ ਆ ਕੇ ਕਿਹਾ ਮਹਾਰਾਜ ਮੈਂ ਸ਼ਸਤਰਧਾਰੀ, ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੂੰ ਸ਼ਸਤਰ ਛੱਡ ਦੇ। ਭਾਵੇਂ ਕਿਤੇ ਇਹ ਵੀ ਸੁਣਨ ਨੂੰ ਮਿਲਦਾ ਹੈ ਪਟਨੇ ਦੀ ਧਰਤੀ ਤੇ ਕਿਤੇ ਪਹਿਲੇ ਸਮੇਂ ਦੇ ਵਿੱਚ ਇਹ ਕਿਹਾ ਗਿਆ ਕਿ ਅਹਿੰਸਾ ਪਰਮੋ ਧਰਮੰ, ਪਰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ। ਮਹਾਰਾਜ ਨੇ ਕਿਹਾ ਸ਼ਸਤਰ ਰੱਖਣੇ ਜ਼ਰੂਰੀ ਨੇ, ਕਿਉਂਕਿ ਸ਼ਸਤਰਧਾਰੀ ਜਿਹੜਾ ਸੂਰਮਾ ਹੈ ਉਹਦਾ ਕਰਮ ਕੀ ਹੈ ਉਹਨੂੰ ਸਮਝਣਾ ਚਾਹੀਦਾ ਹੈ ਕਿ ਉਹ ਹਮੇਸ਼ਾ ਗਰੀਬ ਦੀ ਰਾਖੀ ਵਾਸਤੇ ਸ਼ਸਤਰ ਚੁੱਕਦਾ ਹੈ। ਇਹਨੂੰ ਧਰਮ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਧਰਮ ਯੁੱਧ ਕਰਨਾ ਇਹ ਸ਼ਸਤਰਧਾਰੀ ਦਾ, ਛਤਰੀ ਦਾ ਫਰਜ਼ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਵੀ ਪੜ੍ਹਦੇ ਹਾਂ, ਛਤਰੀ ਕੋ ਪੂਤ ਹੋ ਬਾਮਨ ਕੋ ਨਾਹੀਂ। ਸਾਡਾ ਕਰਮ ਕੇਵਲ ਮਾਲਾ ਫੇਰਨਾ ਨਹੀਂ, ਉਸ ਦੇ ਨਾਲ ਮਾਲਾ ਦੇ ਨਾਲ ਨਾਲ ਸ਼ਸਤਰ ਰੱਖਣਾ। ਤੇ ਜੇ ਕਿਤੇ ਕੋਈ ਜਰਵਾਣਾ ਕਿਸੇ ਗਰੀਬ ਦੇ ਉੱਤੇ ਸ਼ਸਤਰ ਚੁੱਕਦਾ ਹੈ ਤੇ ਫਿਰ ਸ਼ਸਤਰ ਨਾਲ ਹੀ ਤਾਂ ਉਹਨੂੰ ਜਵਾਬ ਦਿੱਤਾ ਜਾਵੇਗਾ ਨਾ। ਇਸ ਲਈ ਮਹਾਰਾਜ ਕਹਿੰਦੇ ਤੂੰ ਸ਼ਸਤਰ ਰੱਖ। ਸ਼ਸਤਰ ਰੱਖਣਾ ਵੀ ਇੱਕ ਧਰਮ ਹੈ, ਪਰ ਇਹਦੀ ਡੈਫੀਨੇਸ਼ਨ ਸਮਝਣੀ ਸਾਨੂੰ ਗੁਰੂ ਸਾਹਿਬ ਨੇ ਸਮਝਾ ਦਿੱਤਾ ਬਾਣੀ 'ਚ। ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹਨੂੰ ਮਿਆਨ ਵਿੱਚੋਂ ਉਦੋਂ ਕੱਢਣਾ ਜਾਇਜ਼ ਹੈ ਜਦੋਂ ਚਾਰੇ ਪਾਸਿਆਂ ਤੋਂ ਜਿਹੜਾ ਜ਼ੁਲਮ ਹੈ ਉਹ ਭਾਰੀ ਹੋ ਜਾਵੇ, ਤੇ ਫਿਰ ਇਹਨੂੰ ਕੱਢਣਾ ਬਿਲਕੁਲ ਧਰਮ ਹੈ। ਇਸ ਲਈ ਮਹਾਰਾਜ ਕਹਿੰਦੇ ਤੂੰ ਧਰਮ ਯੁੱਧ ਲੜਨਾ ਹੈ, ਧਰਮ ਯੁੱਧ ਕਰਨਾ ਹੈ।
ਜਿਸ ਤਰ੍ਹਾਂ ਵਿਸ਼ਨੂੰ ਜੀ ਨੇ ਵੀ ਆਪਣੇ ਪਾਸ ਧਨੁੱਖ ਰੱਖਿਆ, ਪਰ ਉਹਨਾਂ ਦਾ ਧਨੁੱਖ ਰੱਖਣਾ ਇਹ ਨਹੀਂ ਕਿ ਉਹਨਾਂ ਨੇ ਪ੍ਰਜਾ ਦੇ ਉੱਤੇ ਹੀ ਵਾਰ ਕੀਤੇ ਹੋਣ। ਉਹਨਾਂ ਨੇ ਆਪਣਾ ਜਿਹੜਾ ਧਨੁੱਖ ਦਾ ਵਾਰ ਕੀਤਾ ਉਹ ਦੈਂਤਾਂ ਦੇ ਉੱਤੇ ਕੀਤਾ ਤੇ ਦੈਂਤਾਂ ਨੂੰ ਸਜ਼ਾ ਦਿੱਤੀ, ਦੈਂਤਾਂ ਨੂੰ ਖਤਮ ਕੀਤਾ ਹੈ। ਗਦਾ ਪਾਣ ਕੋ ਤਬ ਉਰ ਧਾਰ, ਉਹਨਾਂ ਨੇ ਆਪਣੇ ਹੱਥ ਵਿੱਚ ਜਿਹੜਾ ਸੀ ਸ਼ਸਤਰ ਰੱਖਿਆ ਤੇ ਹਿਰਦੇ ਵਿੱਚ ਜਿਹੜਾ ਸੀ ਉਹ ਪ੍ਰਮਾਤਮਾ ਦਾ ਜਾਪ ਚੱਲਦਾ ਸੀ। ਤੇ ਇਹੋ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਖਾਲਸੇ ਵਾਸਤੇ, ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ। ਹਰੀ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਮੁਖ ਤੇ ਹੋਵੇ, ਜੇ ਚਿੱਤ ਦੇ ਵਿੱਚ ਹਮੇਸ਼ਾ ਉਹ ਧਿਆਨ ਰੱਖਦਾ ਕਿ ਮੈਂ ਧਰਮ ਯੁੱਧ ਕਰਨਾ ਹੈ, ਤੇ ਯੁੱਧ ਅੰਦਰ ਵਿਕਾਰਾਂ ਨਾਲ ਵੀ ਚੱਲਦਾ ਹੈ। ਤੇ ਜਿਹੜਾ ਆਤਮ ਮਨ ਦਾ ਜਿੱਤਣ ਵਾਲਾ ਜੇਤੂ ਹੈ ਉਹੀ ਫਿਰ ਬਾਹਰਲੇ ਵੈਰੀਆਂ ਦੇ ਉੱਤੇ ਫਤਿਹ ਪਾਉਂਦਾ ਹੈ। ਸੰਕਟ ਦੇਹ ਗਰੀਬਣ ਜੋਏ, ਜਿਹੜਾ ਸੰਕਟ ਗਰੀਬਾਂ ਨੂੰ ਦਿੰਦਾ ਹੈ ਤਿਹ ਸੋ ਲਰਹੁ ਧਰਮ ਬਹੁ ਹੋਏ। ਮਹਾਰਾਜ ਕਹਿੰਦੇ ਉਸ ਦੇ ਨਾਲ ਲੜਨਾ ਹੀ ਬਹੁਤ ਵੱਡਾ ਧਰਮ ਹੈ। ਇਹ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ। ਫਿਰ ਕਈ ਵਾਰੀ ਇਹ ਸੁਣਨ ਨੂੰ ਮਿਲਦਾ ਹੈ। ਇੱਕ ਵਾਰ ਬਜ਼ੁਰਗ ਨੇ ਵੀ ਸਵਾਲ ਕੀਤਾ ਦਾਸ ਨੂੰ, ਕਹਿਣ ਲੱਗੇ ਕਿ ਦੇਖਦੇ ਹਾਂ ਜਦੋਂ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਤੇ ਦੇਖ ਕੇ ਸੁਣ ਕੇ ਅੱਜ ਤੱਕ ਮਨ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਸਿੱਖਾਂ ਉੱਤੇ ਜ਼ੁਲਮ ਕਿਉਂ ਹੁੰਦੇ ਨੇ। ਉਹਦਾ ਕਾਰਨ ਇਹੋ ਹੈ ਕਿ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ, ਸੰਕਟ ਦੇਹ ਗਰੀਬਨ ਜੋਏ। ਜਿਹੜਾ ਗਰੀਬਾਂ ਦੇ ਉੱਤੇ ਜ਼ੁਲਮ ਕਰਦਾ ਹੈ ਨਾ, ਤੇ ਸੋ ਲਰੋਂ ਧਰਮ ਬਹੁ ਹੋਏ। ਮਹਾਰਾਜ ਕਹਿੰਦੇ ਧਰਮੀ ਹੀ ਉਹ ਹੈ ਜਿਹੜਾ ਉਸ ਜਰਵਾਣੇ ਦੇ ਨਾਲ ਲੜਦਾ ਹੈ, ਜਿਹੜਾ ਗਰੀਬਾਂ ਦੀ ਰੱਖਿਆ ਵਾਸਤੇ ਸ਼ਸਤਰ ਚੁੱਕਦਾ ਹੈ। ਤੇ ਮੈਂ ਬੇਨਤੀ ਇਹੋ ਕੀਤੀ ਕਿ ਸਿੱਖ ਹਮੇਸ਼ਾ ਇਹ ਜ਼ੁਲਮ ਹੁੰਦਾ ਦੇਖ ਕੇ ਬਰਦਾਸ਼ਤ ਨਹੀਂ ਕਰਦਾ। ਤੇ ਫਿਰ ਜਦੋਂ ਕੋਈ ਜਰਵਾਣਾ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਇੱਥੇ ਤਾਂ ਅਬਦਾਲੀ ਵਰਗੇ ਨਾਦਰ ਵਰਗੇ ਵੀ ਆਏ, ਇਹਨਾਂ ਦਾ ਸਿੱਖਾਂ ਨਾਲ ਕੋਈ ਆਪਸੀ ਵੈਰ ਵਿਰੋਧਤਾ ਹੈ ਨਹੀਂ ਸੀ। ਬਸ ਜਦੋਂ ਭਾਰਤ ਨੂੰ ਲੁੱਟ ਕੇ, ਭਾਰਤ ਦੀ ਇੱਜ਼ਤ ਆਬਰੂ ਨੂੰ ਲੁੱਟ ਕੇ ਤੁਰੇ, ਤੇ ਫਿਰ ਸਿੱਖਾਂ ਨੇ ਰਾਤ ਦੇ 12 ਵਜੇ ਹਮਲੇ ਕੀਤੇ ਤੇ ਜਿਹੜੀਆਂ ਇੱਜ਼ਤਾਂ ਸੀ ਉਹ ਛੁਡਾ ਕੇ ਲਿਆਂਦੀ। ਤੇ ਫਿਰ ਨਾਦਰ ਨੇ ਵੀ ਪੁੱਛਿਆ ਸੀ ਜ਼ਕਰੀਆ ਨੂੰ, ਕੌਣ ਹਨ ਜਿਨ੍ਹਾਂ ਨੇ ਮੇਰਾ ਰਾਹ ਰੋਕਣ ਦੀ ਜ਼ੁਰਤ ਕੀਤੀ ਹੈ। ਤੇ ਫਿਰ ਜ਼ਕਰੀਆ ਨੇ ਕੱਲੀ ਕੱਲੀ ਗੱਲ ਇਹਨਾਂ ਬਾਰੇ ਦੱਸੀ ਸੀ। ਮੁਰਸ਼ਿਦ ਇਨਕਾ ਬਲੀ ਭਇਓ ਹੈ, ਇनको ਆਬੇ ਹਯਾਤ ਦਿਓ ਹੈ, ਗਜਬ ਅਸਰ ਤਿਸਕਾ ਹਮ ਦੇਖਾ, ਬੁਜ਼ਦਲ ਹੋਵਤ ਸ਼ੇਰ ਬਸ਼ੇਖਾ। ਕਿ ਇਹਨਾਂ ਕੋਲ ਇੱਕ ਧਰਮ ਕੇਂਦਰ ਸਥਾਨ ਉਹ ਹਰਿਮੰਦਰ ਸਾਹਿਬ, ਤੇ ਉਸ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਪਾਵਨ ਸਰੋਵਰ ਹੈ। ਉੱਥੇ ਜਾ ਕਰਕੇ ਅੰਮ੍ਰਿਤ ਦੇ ਘੁੱਟ ਪੀ ਲੈਂਦੇ ਨੇ। ਤੇ ਫਿਰ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇ ਹਯਾਤ ਦਿੱਤਾ ਹੈ। ਆਬੇ ਹਯਾਤ ਕਿ ਅੰਮ੍ਰਿਤ ਦਾ ਕੁੰਡ ਦੇ ਕੇ ਗਏ ਹਨ, ਖੰਡੇ ਬਾਟੇ ਦੀ ਪੌਲ। ਜਦੋਂ ਘੁੱਟ ਭਰ ਲੈਂਦੇ ਨੇ ਤੇ ਗਿੱਦੜਾਂ ਵਰਗੇ ਜਿਹੜੇ ਹਿਰਦੇ ਉਹ ਸ਼ੇਰ ਬਣ ਜਾਂਦੇ ਨੇ, ਤੇ ਫਿਰ ਉਹ ਕਿਸੇ ਦੀ ਪਰਵਾਹ ਨਹੀਂ ਉਹ ਕਰਦੇ। ਫਿਰ ਉਹਨੇ ਕਿਹਾ ਸੀ, ਨਾਦਰ ਨੇ ਸੁਣ ਕੇ ਕਹਿਣ ਲੱਗਾ, ਜਿਹੜੀਆਂ ਗੱਲਾਂ ਜ਼ਕਰੀਆ ਖਾਂ ਤੂੰ ਦਸੀਆਂ ਨਾ, ਇਹ ਤੇਰੀਆਂ ਗੱਲਾਂ ਵਿੱਚੋਂ ਮੈਨੂੰ ਇਹਨਾਂ ਦੇ ਰਾਜ ਦੀ ਬਦਬੂ ਆਉਂਦੀ ਹੈ। ਭਾਵ ਕਿ ਜੇ ਇੰਨੇ ਬਹਾਦਰ ਨੇ ਤੇ ਫਿਰ ਇਹ ਰਾਜ ਜ਼ਰੂਰ ਕਰਨਗੇ। ਤੇ ਕੀਤਾ ਵੀ ਫਿਰ ਰਾਜ। ਪਰ ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਸੰਕਟ ਦੇਹ ਗਰੀਬਾਂ ਜੋਏ। ਇਹ ਨਹੀਂ ਕਿ ਵੇਖ ਕੇ ਘਰ ਨੂੰ ਵੜ ਜਾਈਏ, ਆਪਾਂ ਕੀ ਲੈਣਾ। ਮਹਾਰਾਜ ਕਹਿੰਦੇ ਨਹੀਂ, ਤਿਹ ਸੋ ਲਰੋ ਧਰਮ ਬੋ ਹੋਏ। ਉਹ ਧਰਮ ਹੈ ਤੇ ਉਹ ਧਰਮੀ ਹੈ ਜਿਹੜਾ ਗਰੀਬ ਦੀ ਖਾਤਰ, ਉਹਦੀ ਹੱਕ ਦੀ ਖਾਤਰ ਉੱਥੇ ਖਲੋ ਜਾਵੇ ਤੇ ਜਰਵਾਣੇ ਦੇ ਨਾਲ ਜਿਹੜਾ ਲੜੇ। ਮਰਨਾ ਤੇ ਹਰੇਕ ਨੇ ਹੈ, ਘਰ ਵਿੱਚ ਵੜਿਆਂ ਵੀ। ਮੂਲੇ ਖੱਤਰੀ ਨੂੰ ਸੱਪ ਜਿਹੜਾ ਸੀ ਉਹ ਲੜ ਗਿਆ, ਪਰ ਮਹਾਰਾਜ ਕਹਿੰਦੇ ਹਨ ਕਿ ਜਿਹੜਾ ਯੋਧਾ ਹੈ ਉਹ ਧਰਮੀ ਹੁੰਦਾ ਹੈ, ਤੇ ਧਰਮੀ ਬਣ ਕੇ ਜਿਹੜਾ ਲੜਦਾ ਹੈ ਉਹਦੀ ਅੰਤ ਕਲਿਆਣ ਜ਼ਰੂਰ ਹੁੰਦੀ ਹੈ। ਇਸ ਲੋਕ ਵਿੱਚ ਵੀ ਉਹਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਪਰ ਲੋਕ ਵਿੱਚ ਵੀ ਉਹਦਾ ਜਸ ਹੁੰਦਾ ਹੈ। ਪਾਤਸ਼ਾਹ ਕਹਿੰਦੇ ਇਹ ਵੀ ਸਿੱਖ ਦਾ ਧਰਮ ਹੈ, ਸ਼ਸਤਰਧਾਰੀ ਸ਼ਸਤਰ ਰੱਖਣ ਦਾ ਇਹ ਧਰਮ ਹੈ। ਜਿਸ ਕੋ ਲੂਣ ਖਾਏ ਤਿਸ ਹੇਤ, ਫਿਰ ਜਿਸ ਦਾ ਲੂਣ ਖਾਵੇ ਉਸ ਦੇ ਵਾਸਤੇ ਪੀਠ ਨ ਦੀਜੈ ਜਾਬਰਨ ਖੇਤ। ਜੇ ਉਸ ਨੂੰ ਲੋੜ ਪਵੇ ਨਾ ਤੇ ਪਿੱਠ ਦੇ ਕੇ ਆਪਣੇ ਘਰ ਨਾ ਵੜ ਜਾਵੇ। ਇਹ ਸਿੱਖਾਂ ਦੇ ਵਿੱਚ ਇਹ ਗੁਣ ਦੇਖਣ ਨੂੰ ਮਿਲੇ ਨਾ। ਕੱਲ ਵੀ ਬੇਨਤੀ ਕੀਤੀ ਸੀ, ਜਿਹੜਾ ਸਾਰਾਗੜੀ ਦਾ ਯੁੱਧ ਹੈ, ਪਠਾਣਾ ਨੇ ਕਿਹਾ ਸੀ ਅਫਗਾਨੀਆਂ ਨੇ ਕਿ ਤੁਹਾਡੇ ਨਾਲ ਸਾਡੀ ਜੰਗ ਕੋਈ ਨਹੀਂ, ਪਰ ਇੱਥੇ ਮਹਾਰਾਜ ਦੇ ਹੁਕਮ ਉਹਨਾਂ ਨੇ ਬਚਨ ਕਮਾਏ, ਜਿਸ ਕੋ ਲੂਣ ਖਾਏ ਤਿਸ ਹੇਤ। ਜੇ ਲੂਣ ਖਾਦਾ ਹੈ ਤੇ ਫਿਰ ਪਿੱਠ ਦੇ ਕੇ ਆਪਣੇ ਘਰਾਂ ਵਿੱਚ ਨਹੀਂ ਵੜਨਾ, ਭਾਵੇਂ ਇੱਥੇ ਪ੍ਰਾਣ ਕਿਉਂ ਨਾ ਚਲੇ ਜਾਣ,
ਮਹਾਰਾਜ ਕਹਿੰਦੇ ਇਹ ਸ਼ਸਤਰਧਾਰੀ ਦਾ ਫਰਜ਼ ਹੈ ਸੁਆਮੀ ਕਾਰਜ ਹਿਤ ਦੇ ਪ੍ਰਾਣ ਆਪਣੇ ਮਾਲਕ ਦੇ ਕੰਮਾਂ ਵਾਸਤੇ ਭਾਵੇਂ ਪ੍ਰਾਣ ਕਿਉਂ ਨਾ ਚਲੇ ਜਾਣ ਦੋਨੋਂ ਲੋਕਣ ਸੁਜਸ ਮਹਾਨ ਫਿਰ ਉਸ ਸੂਰਮੇ ਦਾ ਦੋਨਾਂ ਲੋਕਾਂ ਦੇ ਵਿੱਚ ਭਾਰੀ ਜਸ ਹੁੰਦਾ ਹੈ ਪਰਮੇਸ਼ਰ ਕੇ ਸਿਮਰਨ ਧਰੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਜੋ ਕਰਦਾ ਹੈ ਵਿਜੈ ਲਹੈ ਮੁਖ ਉਜਲ ਕਰੈ ਹਾਂ ਉਹ ਜਿੱਤ ਪ੍ਰਾਪਤ ਕਰਦਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ ਤੇ ਉਹਦਾ ਮੁਖ ਉਜਲਾ ਹੁੰਦਾ ਹੈ ਸੁਣ ਸਿੱਖਿਆ ਤੈਸੇ ਉਰ ਧਾਰੀ ਇਹ ਗੁਰੂ ਸਾਹਿਬ ਜੀ ਦਾ ਬਚਨ ਸੁਣ ਕੇ ਤੇ ਮਹਾਰਾਜ ਦਾ ਬਚਨ ਜਿਹੜਾ ਸੀ ਉਹ ਆਪਣੇ ਹਿਰਦੇ ਵਿੱਚ ਧਾਰਿਆ ਲਾਗਿਓ ਗੁਰ ਕੀ ਸੇਵ ਮਝਾਰੀ ਇਹ ਜਿਹੜਾ ਸ਼ਸਤਰਧਾਰੀ ਸੂਰਮਾ ਸੀ ਭਾਈ ਆਡਨ ਤੇ ਸੋਇਨੀ ਇਹ ਜਾਤੀ ਸੀ ਇਹਨਾਂ ਦੀ ਇਹ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਲੱਗ ਗਿਆ ਲਾਲਾ ਸੇਠੀ ਚੂਹੜ ਸਾਈ ਇਹ ਸਿੱਖਾਂ ਦੇ ਨਾਮ ਹਨ ਭਾਈ ਲਾਲਾ ਸੇਠੀ ਭਾਈ ਚੂਹੜ ਸਾਈਂ ਜੀ ਸੰਗ ਨਿਹਾਲੂ ਗੁਰਮਤਿ ਪਾਈ ਤੇ ਭਾਈ ਨਿਹਾਲੂ ਜੀ ਇਹ ਗੁਰਮਤਿ ਦੇ ਧਾਰਨੀ ਸਨ ਇਹ ਤਿੰਨੇ ਸਿੱਖ ਭਾਈ ਲਾਲਾ ਸੇਠੀ ਭਾਈ ਚੂਹੜ ਸਾਈਂ ਭਾਈ ਨਿਹਾਲੂ ਇਹ ਗੁਰਮਤਿ ਦੇ ਧਾਰਨੀ ਹਨ ਲਿਵ ਲਗਾਏ ਕਰ ਸ਼ਬਦ ਸੁਗਾਵਾ ਆਪਣੀ ਸੁਰਤ ਨੂੰ ਜੋੜ ਕੇ ਬਾਣੀ ਦੇ ਸ਼ਬਦ ਪੜ੍ਹਦੇ ਹਨ ਇਕ ਮਨ ਹੋਏ ਕਰ ਅਰਥ ਸੁਣਾਵਾ ਇੱਕ ਮਨ ਹੋ ਕਰਕੇ ਮਨ ਬਿਰਤੀ ਇੱਕ ਕਰਕੇ ਸ਼ਬਦ ਦੇ ਅਰਥ ਸੁਣਾਉਂਦੇ ਕਿਉਂਕਿ ਸਤਿਗੁਰਾਂ ਦਾ ਇਹ ਹੁਕਮ ਹੈ ਨਾ ਕਿ ਜਦੋਂ ਵੀ ਬਾਣੀ ਦਾ ਕੋਈ ਸ਼ਬਦ ਪੜ੍ਹਨਾ ਹੈ ਤੇ ਫਿਰ ਸੁਰਤ ਨੂੰ ਲਿਵ ਨੂੰ ਜੋੜ ਕੇ ਪੜ੍ਹਨਾ ਹੈ ਨਹੀਂ ਤਾਂ ਬਚਨ ਆਪਾਂ ਪੜ੍ਹਦੇ ਹਾਂ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਗਾ ਰਿਹਾ ਹੈ ਪਰ ਅੰਦਰ ਨਹੀਂ ਭਿੱਜਾ ਇਹਦਾ ਬਹੁਤਾ ਲਾਭ ਨਹੀਂ ਪਰ ਜੇ ਗਾਉਣਾ ਹੈ ਤੇ ਫਿਰ ਇਹਨਾਂ ਵਾਂਗੂ ਇੱਕ ਮਨ ਹੋਏ ਕਰ ਅਰਥ ਸੁਣਾਵੇ ਲਿਵ ਲਗਾਏ ਕਰ ਸ਼ਬਦ ਸੋ ਗਾਵੇ ਲਿਵ ਲਾ ਕੇ ਸ਼ਬਦ ਗਾਉਂਦੇ ਸਨ ਐਸੇ ਰਾਗੀ ਹੋਏ ਜਿਨ੍ਹਾਂ ਦਾ ਅੱਜ ਵੀ ਜਸ ਗਾਇਨ ਹੋ ਰਿਹਾ ਹੈ ਰਾਗੀ ਮਨਸਾ ਸਿੰਘ ਜੀ ਵਰਗੇ ਸੋ ਇਸੇ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ ਵਰਗੇ ਜਿਨ੍ਹਾਂ ਨੇ ਐਸੇ ਅੱਜ ਵੀ ਐਸੇ ਕੀਰਤਨੀਏ ਹਨ ਜਿਹੜੇ ਲਿਵ ਲਾ ਕੇ ਕੀਰਤਨ ਗਾਉਂਦੇ ਨੇ ਕਿ ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਕੀਰਤਨੀਏ ਹਾਂ ਕਿਸੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਜੇ ਸ਼ੇਰੇ ਪੰਜਾਬ ਵੀ ਚੱਲ ਕੇ ਆਇਆ ਤਾਂ ਉਹਨੂੰ ਵੀ ਕਹਿ ਦਿੱਤਾ ਕਿ ਨਹੀਂ ਸਾਨੂੰ ਤੇਰੀ ਖੈਰ ਦੀ ਲੋੜ ਨਹੀਂ ਉਹ ਵੀ ਅੱਖਾਂ ਭਰ ਕੇ ਕਹਿੰਦਾ ਸੀ ਕਿ ਤੁਸੀਂ ਪੰਥ ਦੀ ਮੇਰੇ ਰਾਜ ਦੀ ਰੀੜ ਦੀ ਹੱਡੀ ਜੇ ਕਿ ਜੇ ਤੁਹਾਡੇ ਵਿੱਚ ਇੰਨਾ ਸਿਦਕ ਤੇ ਸਬਰ ਹੈ ਇਹ ਜਿਹੜਾ ਕੀਰਤਨ ਕਰਨ ਵਾਲਾ ਤੇ ਗੁਰਬਾਣੀ ਦੀ ਕਥਾ ਕਰਨ ਵਾਲਾ ਉਹਦੇ ਪ੍ਰਤੀ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਇਸ ਪ੍ਰਸੰਗ ਵਿੱਚ ਇਹ ਇਸ ਤਰ੍ਹਾਂ ਗੁਰਮਤਿ ਦੇ ਧਾਰਨੀਏ ਸਨ ਲਿਵ ਲਾ ਕੇ ਕੀਰਤਨ ਕਰਦੇ ਸੀ ਇੱਕ ਮਨ ਹੋ ਕਰਕੇ ਸ਼ਬਦ ਦੇ ਅਰਥ ਸੁਣਾਉਂਦੇ ਸਨ ਕਰਹਿ ਵਿਚਾਰ ਮ੍ਰਿਦੁਲ ਮਨ ਹੋਏ ਤੇ ਮਨ ਨੂੰ ਪਵਿੱਤਰ ਕਰਕੇ ਮਨ ਨੂੰ ਕੋਮਲ ਕਰਕੇ ਸ਼ਬਦ ਦੇ ਅਰਥ ਦੀ ਵਿਚਾਰ ਕਰਦੇ ਸੀ ਪ੍ਰਭ ਕੋ ਰਾਖੈ ਹਿਰਦੈ ਪਰੋਏ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਧਾਰ ਕੇ ਰੱਖਦੇ ਸਨ ਹਮੇਸ਼ਾ ਨਾਮ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਸਨ ਤਿਨ ਕੇ ਬਚਨ ਸੁਨਹਿ ਜੋ ਆਇਆ ਇਹਨਾਂ ਗੁਰਸਿੱਖਾਂ ਦੇ ਆ ਕੇ ਜਿਹੜਾ ਵੀ ਬਚਨ ਸੁਣਦਾ ਸੀ ਸਭ ਪਰ ਪਰੈ ਤਿਨਹੁ ਕੀ ਛਾਇਆ ਸਾਰਿਆਂ ਦੇ ਉੱਤੇ ਫਿਰ ਕੀ ਹੁੰਦਾ ਸੀ ਇਹਨਾਂ ਦੀ ਛਾਂ ਪੈਂਦੀ ਸੀ ਕਿਉਂਕਿ ਲਿਵ ਲਾ ਕੇ ਕੀਰਤਨ ਕਰਦੇ ਸੀ ਇੱਕ ਮਨ ਹੋ ਕੇ ਸ਼ਬਦ ਦੇ ਅਰਥ ਸੁਣਾਉਂਦੇ ਸਨ ਫਿਰ ਉਹਦੇ ਨਾਲ ਕੀ ਹੁੰਦਾ ਸੀ ਜਿਹੜਾ ਵੀ ਆ ਕੇ ਸੁਣਦਾ ਸੀ ਉਹਨਾਂ ਦੇ ਉੱਤੇ ਅਸਰ ਹੁੰਦਾ ਸੀ ਇਹਨਾਂ ਦੀ ਛਾਂ ਪੈਂਦੀ ਸੀ ਮਨ ਖੋਟੇ ਪੀ ਹੋਏ ਤਬ ਖਰੇ ਇਹ ਖੋਟੇ ਮਨਾਂ ਵਾਲੇ ਵੀ ਆ ਕੇ ਇਹਨਾਂ ਨੂੰ ਸੁਣਦੇ ਸਨ ਉਹ ਵੀ ਮਨ ਖਰੇ ਪਵਿੱਤਰ ਹੋ ਜਾਂਦੇ ਸੀ ਭਲੇ ਕਰਮ ਕਰਬੇ ਹਿਤ ਧਰੇ ਫਿਰ ਚੰਗੇ ਕਰਮਾਂ ਦੇ ਵਿੱਚ ਉਹ ਲੱਗ ਜਾਂਦੇ ਸਨ ਸ੍ਰੀ ਮੁਖ ਤੇ ਬੋਲੇ ਬਚ ਪੂਤ ਮਹਾਰਾਜ ਆਪਣੇ ਮੁਖਾਰ ਬਿਨ ਤੋਂ ਸਤਿਗੁਰਾਂ ਨੇ ਬਚਨ ਕਹੇ ਜੋ ਨਰ ਕਰਹਿ ਭਲੀ ਕਰਤੂਤ ਸਤਿਗੁਰੂ ਜੀ ਕਹਿੰਦੇ ਪਵਿੱਤਰ ਬਚਨ ਮਹਾਰਾਜ ਨੇ ਕਹੇ ਜਿਹੜਾ ਬੰਦਾ ਆਪਣੇ ਜੀਵਨ ਵਿੱਚ ਚੰਗੇ ਕਰਮ ਕਮਾਉਂਦਾ ਹੈ ਜਿਮ ਅਪਰਨ ਉਪਦੇਸ਼ ਉਚਾਰੇ ਫਿਰ ਹੋਰਾਂ ਨੂੰ ਉਪਦੇਸ਼ ਕਰਦਾ ਹੈ ਤਿਮ ਨਿਸ਼ਚੈ ਆਪਣਾ ਉਰ ਧਾਰੇ ਜੋ ਕਿਸੇ ਨੂੰ ਉਪਦੇਸ਼ ਕੀਤਾ ਹੈ ਉਹ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਆਪ ਵੀ ਉਹਨਾਂ ਬਚਨਾਂ ਤੇ ਪਹਿਰਾ ਦਿੰਦਾ ਹੈ ਪੂਰਾ ਭਰੋਸਾ ਰੱਖਦਾ ਹੈ ਇਹ ਇਕੱਲਾ ਸੁਣਾਉਣਾ ਪਰ ਸੁਣਾਉਣ ਵਾਲੇ ਤਾਂ ਅੱਜ ਬਹੁਤ ਨੇ ਕੱਲੀਆਂ ਗੱਲਾਂ ਕਹਿ ਦੇਣੀਆਂ ਪਰ ਉਹਨਾਂ ਗੱਲਾਂ ਦੇ ਉੱਤੇ ਆਪ ਪਹਿਰਾ ਦੇਣ ਵਾਲਾ ਕੋਈ ਵਿਰਲਾ ਹੈ ਹੁਣ ਅਸਰ ਕਿਉਂ ਨਹੀਂ ਹੋ ਰਿਹਾ ਕਾਰਨ ਇਹੋ ਹੈ ਕਿ ਮੈਂ ਉਹ ਬਚਨਾਂ ਨੂੰ ਕਮਾ ਨਹੀਂ ਰਿਹਾ ਇਕੱਲਾ ਸੁਣਾ ਰਿਹਾ ਹਾਂ ਵੱਡੀਆਂ ਵੱਡੀਆਂ ਗੱਲਾਂ ਕਹਿ ਕੇ ਸੁਣਾ ਦਿੱਤੀਆਂ ਪਰ ਕਮਾਇਆ ਹੀ ਨਾ ਉਹਦੀ ਛਾਂ ਨਹੀਂ ਪੈਂਦੀ ਮਹਾਰਾਜ ਕਹਿੰਦੇ ਜਿਹੜਾ ਪਹਿਲਾਂ ਆਪ ਆਪਣੇ ਜੀਵਨ ਨੂੰ ਭਲਾ ਚੰਗਾ ਬਣਾਉਂਦਾ ਹੈ ਫਿਰ ਜਿਹੜਾ ਬਚਨ ਸੁਣਾਉਂਦਾ ਹੈ ਉਹਦੇ ਉੱਤੇ ਆਪ ਵੀ ਭਰੋਸਾ ਰੱਖਦਾ ਹੈ ਉਹਨੂੰ ਆਪਣੇ ਹਿਰਦੇ 'ਚ ਵਸਾਉਂਦਾ ਹੈ ਤਿਨ ਕੀ ਛਾਇਆ ਸਭ ਪਰ ਜਾਏ ਉਹਨਾਂ ਦੀ ਛਾਇਆ ਪਰਛਾਵਾਂ ਸਾਰਿਆਂ ਤੇ ਪੈਂਦਾ ਹੈ ਸੁਨਹਿ ਬਾਕ ਜੋ ਹਿਰਦੈ ਬਸਾਏ ਜਿਹੜਾ ਵੀ ਉਹਨਾਂ ਦੇ ਬਚਨ ਸੁਣਦਾ ਹੈ ਫਿਰ ਉਹਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ
ਇਹ ਜੀਵਨ ਸੰਗਤ ਜੀ ਕਮਾਏ ਹਨ। ਜਿਸ ਤਰ੍ਹਾਂ ਮਹਾਂਪੁਰਖਾਂ ਦੇ ਜੀਵਨ ਪੜ੍ਹਦੇ ਹਾਂ, ਸੰਤ ਬਾਬਾ ਅਤਰ ਸਿੰਘ ਜੀ ਖਾਲਸਾ ਜੀ, ਭਰੇ ਦੀਵਾਨਾਂ ਦੇ ਵਿੱਚ ਲੱਖਾਂ ਦਾ ਇਕੱਠ ਹੋਣਾ, ਜਿਹੜਾ ਬਚਨ ਮਹਾਂਪੁਰਖਾਂ ਨੇ ਕਰ ਦੇਣਾ ਉਹਦੇ ਉੱਤੇ ਪੂਰੇ ਪੰਥ ਨੇ ਪਹਿਰਾ ਦੇਣਾ। ਲੱਖਾਂ ਦੀ ਤਾਦਾਦ ਵਿੱਚ ਜੇ ਗਲਾਂ ਵਿੱਚ ਗਾਤਰੇ ਪਾਏ, ਸ੍ਰੀ ਸਾਹਿਬਾਂ ਪਾਈਆਂ, ਖੰਡੇ ਬਾਟੇ ਦੀ ਪੌ ਲਈ, ਉਹਨਾਂ ਮਹਾਂਪੁਰਖਾਂ ਦੀਆਂ ਕਮਾਈਆਂ, ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ, ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਜੀ, ਜਿਨ੍ਹਾਂ ਮਹਾਂਪੁਰਖਾਂ ਨੇ ਜੀਵਨ ਕਮਾਇਆ। ਕੱਲੀ ਦੌਲਤ ਖਾਤਰ, ਧਨ ਖਾਤਰ, ਆਪਣੀ ਪਬਲਿਸਿਟੀ ਵਾਸਤੇ ਨਹੀਂ। ਜਿਹੜੇ ਬਚਨ ਕਹੇ ਉਹ ਪਹਿਲਾਂ ਆਪ ਕਮਾਏ, ਫਿਰ ਦੂਜਿਆਂ ਨੂੰ ਸੁਣਾਏ ਹਨ। ਮਹਾਰਾਜ ਕਹਿੰਦੇ ਹਨ, ਤਿੰਨ ਕੀ ਛਾਇਆ ਸਭ ਪਰ ਜਾਏ। ਉਹ ਮਹਾਂਪੁਰਖ ਤਾਂ ਕਈ ਸਾਲ ਪਹਿਲਾਂ ਹੋ ਕੇ ਗਏ, ਪਰ ਅੱਜ ਵੀ ਪੰਥ ਉਹਨਾਂ ਦੇ ਬਚਨ ਸੰਭਾਲ ਕੇ ਬੈਠਾ ਹੈ। ਇਹ ਉਹਨਾਂ ਦੇ ਬਚਨਾਂ ਦੀ ਛਾਇਆ ਹੈ। ਕਿਉਂ? ਕਿਉਂਕਿ ਉਹਨਾਂ ਨੇ ਪਹਿਲਾਂ ਇਹ ਕਮਾਈ ਕੀਤੀ, ਬਚਨ ਹਿਰਦੇ 'ਚ ਵਸਾਏ, ਫਿਰ ਦੂਜਿਆਂ ਨੂੰ ਸੁਣਾਏ ਹਨ। ਸੁਨਹਿ ਬਾਗ ਜੇ ਹਿਰਦਾ ਬਸਾਏ। ਜਿਹੜਾ ਵੀ ਫਿਰ ਉਹਨਾਂ ਦੇ ਬਚਨ ਸੁਣਦਾ ਹੈ, ਸੁਣਦੇ ਸਾਰ ਉਹਨਾਂ ਦੇ ਬਚਨ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ। ਬਹੁਤ ਤਿਨ ਕੋ ਉਧਾਰ ਸੋ ਕਰੇ। ਬਹੁਤਿਆਂ ਦਾ ਉਧਾਰ ਕਰਨ ਵਾਸਤੇ ਆਉਂਦੇ ਨੇ, ਜਨ ਪਰ ਉਪਕਾਰੀ ਆਏ। ਜਿਸ ਪਰ ਤੁਕ ਸ੍ਰੀ ਮੁਖੋਂ ਮਹਾਰਾਜ ਉਚਰੇ। ਕਹਿੰਦੇ ਉਹਨਾਂ ਦੇ ਪ੍ਰਤੀ ਇਹ ਤੁਕ ਜਿਹੜੀ ਹੈ ਬਾਣੀ ਦੇ ਵਿੱਚ ਉਚਾਰਨ ਕੀਤੀ ਹੈ। ਪਹਿਲੋ ਦੇ ਜੜ ਅੰਦਰ ਜੰਮੈ। ਜਿਹੜਾ ਰੁੱਖ ਹੈ ਨਾ, ਰੁੱਖ ਦੀ ਜੜ ਪਹਿਲਾਂ ਧਰਤੀ ਦੇ ਵਿੱਚ ਜੰਮਦੀ ਹੈ, ਤਾਂ ਉੱਪਰ ਹੋਵੈ ਛਾਉ। ਫੇਰ ਹੀ ਉੱਪਰ ਛਾਂ ਹੁੰਦੀ ਹੈ ਨਾ ਰੁੱਖ ਦੀ। ਪਹਿਲਾਂ ਜਿਹੜਾ ਰੁੱਖ ਹੈ ਛਾਂ ਦੇਣ ਵਾਲਾ, ਉਹਦੀ ਜੜ ਜ਼ਮੀਨ ਵਿੱਚ ਪੱਕੀ ਹੁੰਦੀ ਹੈ, ਫਿਰ ਹੀ ਬਾਹਰ ਛਾਂ ਕਰਦਾ ਹੈ। ਚਾਉ ਪਈ ਜੋ ਪੜ ਕਰ ਉਪਦੇਸ਼ ਬਤਾਵੈ। ਜਿਹੜਾ ਪੜ ਕੇ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ, ਆਪ ਨਹੀਂ ਸ਼ੁਭ ਕਰਮ ਕਮਾਵੈ। ਉਹ ਆਪ ਚੰਗੇ ਕਰਮ ਨਹੀਂ ਜੀਵਨ ਵਿੱਚ ਕਮਾ ਰਿਹਾ, ਕੇਵਲ ਦੂਜਿਆਂ ਨੂੰ ਵੱਡੀਆਂ ਵੱਡੀਆਂ ਗੱਲਾਂ ਸੁਣਾ ਰਿਹਾ, ਇਦਾਂ ਕਰੋ ਉਦਾਂ ਕਰੋ, ਪਰ ਆਪ ਉਸ ਦਾ ਜੀਵਨ ਨਹੀਂ ਕਮਾਉਂਦਾ। ਜਿਸ ਕੀ ਛਾਇਆ ਪ੍ਰਹਿ ਨ ਕਿਸ ਪੈ। ਮਹਾਰਾਜ ਕਹਿੰਦੇ ਉਹਦੇ ਬਚਨਾਂ ਦਾ ਅਸਰ ਨਹੀਂ ਪੈਂਦਾ ਹਿਰਦਿਆਂ ਦੇ ਵਿੱਚ। ਹਾਂ ਠੀਕ ਹੈ, ਵਕਤੀ ਤੌਰ ਤੇ ਲੋਕ ਸੁਣ ਕੇ ਕਹਿਣਗੇ ਵਾਹ ਵਾਹ, ਉਹ ਤਾਂ ਜਿਹੜੇ ਆ ਸ਼ੋਅ ਦਿਖਾਉਣ ਵਾਲੇ ਨੇ, ਆ ਜਿਹੜੀਆਂ ਸਰਕਸ ਦਿਖਾਉਣ ਵਾਲੇ, ਉਹ ਵੀ ਲੋਕਾਂ ਦੇ ਮਨ ਨੂੰ ਮੋਹ ਲੈਂਦੇ ਨੇ, ਪਰ ਉਹਨਾਂ ਦਾ ਅਸਰ ਬਹੁਤਾ ਚਿਰ ਮਨ ਦੇ ਉੱਤੇ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਜਿਹੜੇ ਬਚਨ ਦੂਜਿਆਂ ਨੂੰ ਸੁਣਾਵੇ, ਆਪ ਉਹਦੀ ਕਮਾਈ ਨਾ ਕਰੇ, ਉਹਦੀ ਛਾਇਆ, ਉਹਦਾ ਪਰਛਾਵਾਂ ਕਿਸੇ ਤੇ ਨਹੀਂ ਰਹਿੰਦਾ। ਸ਼ਰਵਣ ਕਰੇ ਕੁਛ ਹੋਏ ਨ ਤਿਸ ਪੈ। ਲੋਕ ਸੁਣਦੇ ਤਾਂ ਹਨ, ਪਰ ਉਹਨਾਂ ਦੇ ਮਨ ਦੇ ਉੱਤੇ ਅਸਰ ਨਹੀਂ ਹੁੰਦਾ। ਇਮ ਸਤਿਗੁਰ ਸੋ ਸਿੱਖ ਸਰਾਹੇ। ਇਸ ਤਰ੍ਹਾਂ ਸਤਿਗੁਰਾਂ ਦਾ ਬਚਨ ਸੁਣ ਕੇ ਸਿੱਖ ਸਲਾਉਂਦੇ ਹਨ। ਜਿਨ ਕੋ ਪ੍ਰੇਮ ਗੁਰੂ ਪਗ ਮਾਹੇ। ਮਹਾਰਾਜ ਨੇ ਸਿੱਖਾਂ ਨੂੰ ਸਲਾਇਆ ਹੈ। ਕਿਹਨਾਂ ਨੂੰ ਸੁਣਾਇਆ? ਜਿਨ੍ਹਾਂ ਦੇ ਮਨ ਦਾ ਪ੍ਰੇਮ ਗੁਰੂ ਦੇ ਚਰਨਾਂ ਦੇ ਨਾਲ ਲੱਗਾ ਹੈ। ਸੁਣ ਆਪਰਨ ਗੁਣ ਸ਼ੁਭ ਉਰ ਧਾਰੇ। ਸੁਣ ਕੇ ਹੋਰਾਂ ਨੇ ਵੀ ਸੋਹਣੇ ਗੁਣ ਧਾਰਨ ਕੀਤੇ ਹਨ। ਚਹੁ ਦਿਸ਼ ਮੈਂ ਗੁਰ ਕੋ ਜੈਕਾਰੇ। ਚਾਰੇ ਪਾਸੇ ਗੁਰੂ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ। ਜਿਹੜਾ ਵੀ ਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਚੱਲ ਕੇ ਆਉਂਦਾ ਹੈ, ਮਹਾਰਾਜ ਉਹਨੂੰ ਕੀਮਤੀ ਉਪਦੇਸ਼ ਦੇ ਕੇ ਉਹਦੀ ਕਲਿਆਣ ਕਰਦੇ ਹਨ। ਇੱਥੇ ਪ੍ਰਸੰਗ ਦੀ ਸਮਾਪਤੀ ਹੈ, ਸਮਾਂ ਵੀ ਸਮਾਪਤੀ ਤੇ ਹੈ। ਸਤਿਗੁਰੂ ਕਿਰਪਾ ਕਰਨ, ਜੋ ਉਪਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ, ਸਤਿਗੁਰੂ ਕਿਰਪਾ ਕਰੋ ਦਿੱਤਾ ਹੋਇਆ ਉਪਦੇਸ਼ ਕਮਾ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ ਜੀ। ਆਓ ਦੋ ਪੰਕਤੀਆਂ ਖੀਲੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਸੋਨਿਆ ਪਰਨ ਗੁਣ ਸ਼ੁਭ ਉਰ ਧਾਰੇ। ਚਾਹੁ ਦਿਸ਼ ਮਹਿ ਗੁਰ ਕੋ ਜੈਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੋਤ